ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਵਿੰਦਰ ਸਿੰਘ। ਪੱਖ ਦੀਆਂ ਖਬਰਾਂ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਕਿਸਾਨੀ ਮੁੱਦੇ ਦੀ, ਗੱਲਬਾਤ ਕਰਾਂਗੇ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ, ਜਿਹੜੇ ਪਿਛਲੇ 10 ਮਹੀਨੇ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ। ਅੱਜ ਖੇਤੀ ਕਾਨੂੰਨਾਂ ਨੂੰ ਬਣੇ 1 ਸਾਲ ਦਾ ਸਮਾਂ ਹੋ ਗਿਆ ਹੈ। 1 ਸਾਲ ਦਾ ਸਮਾਂ ਹੋ ਗਿਆ ਹੈ, ਜਿਸ ਦੇ ਰੋਸ ਵਜੋਂ ਅੱਜ ਅਕਾਲੀ ਦਲ ਵੱਲੋਂ ਕਾਲਾ ਦਿਨ ਮਨਾਇਆ ਗਿਆ, ਜਦਕਿ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਵਾਰ ਪਲਟਵਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਕਾਂਗਰਸ ਆਪਸ ਵਿੱਚ ਹੀ ਭਿੜ ਗਏ ਨੇ ਤੇ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਸਿਆਸਤ ਹੋ ਰਹੀ ਹੈ। ਕਿਸਾਨੀ ਵੋਟ ਬੈਂਕ ਨੂੰ ਲੈ ਕੇ ਵੀ ਲਗਾਤਾਰ ਚਰਚਾ ਦਾ ਬਾਜ਼ਾਰ ਗਰਮ ਹੈ। ਇਸ ਬਾਬਤ ਅੱਜ ਸਾਡੇ ਨਾਲ ਚਰਚਾ ਵਿੱਚ ਮੌਜੂਦ ਹੋਣਗੇ ਸੁਨੀਲ ਰੂਦਰਾ ਜੀ ਤੇ ਗੁਰਪ੍ਰੀਤ ਚਾਵਲਾ ਜੀ। ਚਾਵਲਾ ਸਾਹਿਬ ਸਵਾਗਤ ਹੈ। ਰੂਦਰਾ ਸਾਹਿਬ ਸਵਾਗਤ ਹੈ ਜੀ। ਧੰਨਵਾਦ ਜੀ, ਧੰਨਵਾਦ ਸਾਰਿਆਂ ਨੂੰ। किस तरह देखते हो आज 1 साल पूरा हो गया है खेती कानूनां नूं, जिस दे विरोध वजों जदों तो कानून लागू होए ने, इवन कि जदों तो इहदी सुबुगाहट जिहड़ी है वो किसानां दे ਕੰਨ ਵਿੱਚ ਪਈ है, उदों तो ही किसान जिहड़े है वो तिखा विरोध कर रहे ने। पर केंद्र सरकार हाले तक भी वाजिद है, वो कह रही है कि खेती कानून जिहड़े वो रद्द नहीं होणगे। लगातार जिहड़ा विरोध है वो जारी है। पहला कमेंट तुहाडा रुद्रा जी। देखो जी, केंद्र सरकार भी अपनी उस तरह जित अड़ी हुई है, किसान भी उस तरह जित अड़े हुए है, जबकि दोनों नूं थोड़ा थोड़ा झुकना चाहिए सी। पर मैं है ना उमा भारती का बयान सीगा एक, जदों यह 11वां राउंड फेल होया सीगा जिहड़ा इन्हां दी गलबात दा, ते उदों उहदा एक बयान आया सी, कहंदी जिहड़ी केंद्र सरकार है ਉਹਨੂੰ ਵੀ ਥੋੜਾ ਜਿਹਾ ਆਪਣਾ ਈਗੋ ਛੱਡਣੀ ਚਾਹੀਦੀ ਹੈ, ਆਪਣਾ ਢੀਠਪਣਾ ਛੱਡਣਾ ਚਾਹੀਦਾ ਤੇ ਜਿਹੜੀ ਕਿਸਾਨ ਅੰਦੋਲਨ ਦੇ ਨੇਤਾ ਨੇ ਉਹਨਾਂ ਨੂੰ ਵੀ ਢੀਠਪਣਾ ਛੱਡਣਾ ਚਾਹੀਦਾ ਆਪਣਾ, ਤੇ ਉਹਨਾਂ ਨੂੰ ਵੀ ਥੋੜਾ ਝੁਕਣਾ ਚਾਹੀਦਾ। ਉਸ ਤੋਂ ਬਾਅਦ ਤੁਸੀਂ ਦੇਖੋ, ਇਹ ਬੜੀ ਇੰਪੋਰਟੈਂਟ ਗੱਲ ਸੀ। ਉਹ ਬੀਜੇਪੀ ਦੀ ਇੱਕ ਸੀਨੀਅਰ ਲੀਡਰ ਹੈਗੀ ਹੈ, ਤਾਂ ਅਜਿਹੀ ਲੀਡਰ ਹੈ ਜਿਸ ਤੋਂ ਦੂਜੇ ਜਿਹੜੇ ਆ ਉਹ ਬਹੁਤ ਘਬਰਾਉਂਦੇ ਨੇ, ਠੀਕ ਹੈ, ਕਿਉਂਕਿ ਉਹ ਅਗਰੈਸਿਵ ਹੈਗੀ ਆ ਕਾਫੀ। ਉਹ ਇਹ ਲੀਡਰ ਬਿਆਨ ਦੇ ਰਹੀ ਸੀ, ਪਰ ਉਹ ਢੀਠਪਣਾ ਨਾ ਤਾਂ ਹਜੇ ਤੱਕ ਸਰਕਾਰ ਨੇ ਛੱਡਿਆ ਹੈਗਾ ਤੇ ਨਾ ਹੀ ਕਿਸਾਨਾਂ ਨੇ ਛੱਡਿਆ ਹੈਗਾ ਵਾ। ਤੇ ਇਸ ਕਰਕੇ ਜਿਹੜਾ ਉਹੀ ਸਥਿਤੀ ਜਿਹੜੀ ਪਰ ਰੁਦਰਾ ਸਾਹਿਬ ਕਿਸਾਨ ਕਹਿ ਰਹੇ ਨੇ ਖੇਤੀ ਕਾਨੂੰਨ ਕਾਲੇ ਕਾਨੂੰਨ ਨੇ, ਇਹਨਾਂ ਨੂੰ ਰੱਦ ਕੀਤਾ ਜਾਵੇ। ਉਹਨਾਂ ਨੇ ਸੰਸ਼ੋਧਨ ਦੀ ਤੇ ਕੋਈ ਗੁੰਜਾਇਸ਼ ਕਦੇ ਕਹੀ ਨਹੀਂ। ਹਾਲਾਂਕਿ ਜਦੋਂ ਪੰਜਾਬ ਦੇ ਵਿੱਚ ਸੀਗਾ ਪ੍ਰੋਟੈਸਟ, ਉਸ ਸਮੇਂ ਜ਼ਰੂਰ ਉਹਨਾਂ ਨੇ ਕਿਹਾ ਸੀਗਾ ਕਿ ਖੇਤੀ ਕਾਨੂੰਨਾਂ ਦੇ ਵਿੱਚ ਮਿਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ, ਪਰ ਉਦੋਂ ਕਿਸੇ ਨੇ ਸੁਣੀ ਨਹੀਂ। ਫਿਰ ਕਿਸਾਨ ਵੀ ਕੀ ਕਰਨ? ਤੁਹਾਡੀ ਗੱਲ ਠੀਕ ਹੈ, ਇਹੀ ਮੈਂ ਗੱਲ ਕਹਿ ਰਿਹਾ ਨਾ, ਉਹ ਆਪਣੀ ਗੱਲ ਤੇ ਅੜੇ ਹੋਏ ਨੇ, ਕਿਤੇ ਨਾ ਕਿਤੇ ਝੁਕਣਾ ਪੈਣਾ। ਤੁਸੀਂ ਧਿਆਨ ਨਾਲ ਜੇ ਯਾਦ ਕਰੋ, ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀਗਾ ਉਦੋਂ ਇਹ ਇਕੱਲਾ ਪੰਜਾਬ ਦਾ ਸੀਗਾ। ਉਦੋਂ ਉਹਨਾਂ ਨੇ ਦੂਜੇ ਜਿਹੜੇ ਆ ਸੂਬੇ ਆ ਉਹਨਾਂ ਨੂੰ ਆਪਣੇ ਵਿੱਚ ਨਹੀਂ ਲਿਆ ਸੀਗਾ। ਉਸ ਤੋਂ ਬਾਅਦ ਜਦੋਂ ਹਰਿਆਣਾ ਵਿੱਚ ਰਲਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਮੰਗ ਵਧਾਈ। ਉਹ ਮੰਗ ਜਿਹੜੀ ਆ ਪੰਜਾਬ ਤੋਂ ਸ਼ੁਰੂ ਹੋਈ ਸੀਗੀ, ਉਹ ਹੁਣ ਕਹਿੰਦੇ ਸਾਰੇ ਦੇਸ਼ ਚੋਂ ਆਪਾਂ ਕਾਨੂੰਨ ਵਾਪਸ ਕਰਾਣੇ ਆ। ਹੁਣ ਦੂਜੀ ਗੱਲ ਇਹ ਹੈਗੀ ਆ ਕਿ ਉਹਨਾਂ ਨੇ ਕਿਹਾ ਸੀ ਅਸੀਂ 1.5 ਸਾਲ ਲਈ, ਫਿਰ 2 ਸਾਲ ਲਈ ਅਸੀਂ ਜਿਹੜਾ ਇਸ ਕਾਨੂੰਨ ਨੂੰ ਪਿੱਛੇ ਪਾ ਦਿੰਦੇ ਹੈਗੇ, ਤਾਂ ਕਿ ਤੁਸੀਂ ਇਹ ਉਸ ਤੋਂ ਬਾਅਦ ਆਪਾਂ ਦੇਖ ਲਾਂਗੇ, ਇਹਦਾ ਕੋਈ ਨਾ ਕੋਈ ਰਸਤਾ ਦੇਖ ਲਾਂਗੇ। ਪਰ ਜੇਕਰ ਉਹ 2 ਸਾਲ ਪਿੱਛੇ ਪਾ ਦਿੰਦੇ, ਉਸ ਤੋਂ ਬਾਅਦ ਜੇਕਰ ਫਿਰ ਕਾਨੂੰਨ ਰੱਦ ਕਰ ਦਿੱਤੇ ਜਾਂਦੇ ਆ, ਕਾਨੂੰਨ ਜਿਹੜੇ ਲਾਗੂ ਕਰ ਦਿੱਤੇ ਜਾਂਦੇ ਆ, ਫਿਰ ਕਿਸਾਨਾਂ ਦਾ ਐਡਾ ਵੱਡਾ ਇਕੱਠ, ਫਿਰ ਕੀ ਲੋਕ ਇੰਨਾ ਯਕੀਨ ਕਰਨਗੇ? ਕਿਸਾਨ ਜਥੇਬੰਦੀਆਂ ਨੂੰ ਫਿਰ ਤੇ ਬਹੁਤ ਮਿਹਨਤ ਕਰਨੀ ਪਵੇਗੀ ਜੇ ਮੰਨਦੇ ਨਹੀਂ ਮੰਨਦੇ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਚਾਵਲਾ ਜੀ, ਜੇਕਰ ਖੇਤੀ ਕਾਨੂੰਨ ਕਹਿ ਰਹੇ ਪੋਸਟਪੋਨ ਕਰ ਦਿੱਤੇ ਗਏ ਨੇ, ਹਾਲੇ ਖੇਤੀ ਕਾਨੂੰਨ ਲਾਗੂ ਨਹੀਂ ਹੈਗੇ, ਕਿਸਾਨ ਪ੍ਰੋਟੈਸਟ ਨਾ ਕਰਨ ਜਿਵੇਂ ਰੂਦਰਾ ਸਾਹਿਬ ਵੀ ਕਹਿ ਰਹੇ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ 2 ਸਾਲ ਲਈ ਜਾਂ 1.5 ਸਾਲ ਲਈ ਮੁਲਤਵੀ ਕੀਤੇ ਗਏ ਨੇ ਕਾਨੂੰਨ, ਤੇ ਉਹ ਕਾਨੂੰਨ ਦੁਬਾਰਾ ਲਾਗੂ ਨਹੀਂ ਕੀਤੇ ਜਾਣਗੇ? ਇਸ ਤਰ੍ਹਾਂ ਵੀ ਤਾਂ ਯਕੀਨ ਨਹੀਂ ਨਾ ਕੀਤਾ ਜਾ ਸਕਦਾ। ਦੇਖੋ ਗੁਰਵਿੰਦਰ, ਮਸਲਾ ਇੱਥੇ ਹੀ ਆ ਕੇ ਖੜ ਗਿਆ ਸੀ ਕਿ ਜਦੋਂ ਉਹਨਾਂ ਵੱਲੋਂ ਇੱਕ ਪ੍ਰਪੋਜ਼ਲ ਦਿੱਤੀ ਗਈ ਸੀ ਕਿ 2 ਸਾਲ ਲਈ ਆਪਾਂ ਇਹਨੂੰ ਠੰਡੇ ਰਸਤੇ ਦੇ ਵਿੱਚ ਪਾ ਦਿੰਦੇ ਆ। ਇਹੀ ਰੀਜ਼ਨ ਜਿਹੜਾ ਤੁਸੀਂ ਵਰਡ ਗਿਆ ਕਿ ਕੀ ਕੱਲ ਨੂੰ ਇਹ ਵਿਸ਼ਵਾਸ ਕਰਨਗੇ ਜਿਹੜੇ ਲੀਡਰਸ ਨੂੰ ਲੀਡ ਕਰ ਰਹੇ ਨੇ ਜਾਂ ਜਨਰੇਸ਼ਨ ਇੱਥੋਂ ਤੱਕ ਪਹੁੰਚ। ਰਵਿੰਦਰ, ਜਿਹੜਾ ਐਜੂਕੇਸ਼ਨ ਪੰਜਾਬ ਦੀਆਂ ਬੜੂ ਤੱਕ ਸੀ, ਪੰਜਾਬ ਤੱਕ ਸੀਮਤ ਸੀ, ਲੇਕਿਨ ਜਿਸ ਦਿਨ ਪੰਜਾਬ ਤੋਂ ਇੱਕ ਕਾਲ ਦਿੱਤੀ ਗਈ ਕਿ ਆਪਾਂ ਦਿੱਲੀ ਵੱਲ ਨੂੰ ਕੂਚ ਕਰਨਾ,
ਕਦੀ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਬਾਰਡਰ ਤੇ ਜਾ ਕੇ ਇੰਨੇ ਮਹੀਨੇ ਜਾ ਕੇ ਸੰਘਰਸ਼ ਚੱਲੂਗਾ। ਭਾਵੇਂ ਉਸ ਵੇਲੇ ਆਪਾਂ ਜਦੋਂ ਨਿਊਜ਼ ਕਵਰੇਜ ਕਰਦੇ ਰਹੇ ਤਾਂ ਉਦੋਂ ਟਰਾਲੀਆਂ ਦੇ ਵਿੱਚ ਲੰਗਰ ਦੇ ਇੰਤਜ਼ਾਮ ਜਾਂ ਜੋ ਵੀ ਸਾਰਾ ਕੁਝ ਦਿਖਾਇਆ ਗਿਆ ਕਿਸਾਨਾਂ ਨੂੰ, ਲੇਕਿਨ ਉਹ ਜਾਣ ਵਾਲੇ ਕਿਸਾਨਾਂ ਨੂੰ ਵੀ ਨਹੀਂ ਸੀ ਪਤਾ ਕਿ ਉਹਨਾਂ ਦਾ ਇਹ ਅੰਦੋਲਨ ਦਿਨਾਂ ਦਾ ਨਹੀਂ, ਹਫ਼ਤਿਆਂ ਦਾ ਨਹੀਂ, ਮਹੀਨਿਆਂ ਦੇ ਵਿੱਚ ਤਬਦੀਲ ਹੋ ਜਾਏਗਾ। ਲੇਕਿਨ ਅੱਜ ਜਦੋਂ ਇਹ ਮਹੀਨਿਆਂ ਦੇ ਵਿੱਚ ਤਬਦੀਲ ਹੋ ਗਿਆ, ਹਰਿਆਣਾ ਬਾਰਡਰ ਕ੍ਰਾਸ ਕਰਨ ਤੋਂ ਰੋਕਿਆ ਗਿਆ ਕੇਂਦਰ ਵੱਲੋਂ, ਤੇ ਹਰਿਆਣਾ ਦਾ ਜਾਂ ਇੱਕ ਦਬਾੜ ਸੀ ਪੰਜਾਬ ਔਰ ਹਰਿਆਣਾ ਦੇ ਲੋਕਾਂ ਦਾ, ਉਹ ਇਕੱਤਰ ਹੋ ਗਿਆ, ਉਹ ਆਪਸੀ ਮੇਲ ਹੋ ਗਿਆ। ਉਹ ਜੋੜ ਤੋੜ ਜਿਹੜੀ ਇੱਕ ਸੂਬਿਆਂ ਦੀ, ਰਾਜਸਥਾਨ ਦਾ ਕਿਸਾਨ ਹੈ, ਯੂਪੀ ਦਾ ਕਿਸਾਨ ਹੈ, ਮਤਲਬ ਅੱਜ ਉਹ ਸਾਰੀ ਆਲ ਓਵਰ ਜਿਹੜੀ ਲੌਬੀ ਹੈ ਉਹ ਇੱਕ ਜਗ੍ਹਾ ਤੇ ਖੜੀ ਹੋ ਗਈ। ਤੁਸੀਂ ਇਹ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਦੋਂ ਜਦੋਂ ਦਿੱਲੀ ਬਹਿ ਕੇ ਜਿਹੜੀ ਹੈ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਨੂੰ ਜਦੋਂ ਪੰਜਾਬ ਦੇ ਵਿੱਚ ਸੀ ਔਰ ਕੁਝ ਜਥੇਬੰਦੀਆਂ ਜਿਹੜੀਆਂ ਲੀਡ ਕਰ ਰਹੀਆਂ ਸੀ, ਜਿਹੜੀਆਂ ਇੱਕ ਰਾਹ ਦੱਸ ਰਹੀਆਂ ਸੀ, ਮਾਰਗਦਰਸ਼ਨ ਬਣਨ ਦੀ ਕੋਸ਼ਿਸ਼ ਕਰ ਰਹੀਆਂ ਸੀ, ਉਹ ਅੱਜ ਕਈ ਐਸੀਆਂ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਆਗੂ ਇਸ ਐਜੀਟੇਸ਼ਨ ਦੇ ਵਿੱਚ ਹੈ ਵੀ ਨਹੀਂ। ਲੇਕਿਨ ਉਹਦੇ ਬਾਵਜੂਦ ਇਹ ਐਜੀਟੇਸ਼ਨ ਇੱਕ ਐਸਾ ਰੂਪ ਧਾਰਨ ਕਰ ਚੁੱਕਾ ਹੈ ਕਿ ਜੇ ਇਹ ਕਿਸੇ ਵੀ ਕਮਿਟਮੈਂਟ, ਅੱਜ ਕੋਈ ਵੀ ਕਮਿਟਮੈਂਟ ਹੋ ਜਾਂਦੀ ਹੈ, ਇਹ ਬੈਕ ਟੂ ਐਂਡ ਆਪਣੀਆਂ ਸਟੇਟਾਂ ਵੱਲ ਕਿਸਾਨ ਮੁੜ ਜਾਂਦੇ ਆ, ਤੇ ਬਾਅਦ ਚੋਂ ਇਹੋ ਜਿਹਾ ਐਜੀਟੇਸ਼ਨ ਮੇਰੇ ਖਿਆਲ ਨਾਲ ਨਹੀਂ ਕਦੀ ਇਹ ਖੜਾ ਹੋਊਗਾ, ਕਿਉਂਕਿ ਇਹ ਐਜੀਟੇਸ਼ਨ ਨੇ ਇਕੱਲਾ ਕਿਸਾਨ ਮੁੱਦਿਆਂ ਜਾਂ ਖੇਤੀ ਬਿੱਲਾਂ ਨੂੰ ਨਹੀਂ ਖੜੇ ਕੀਤੇ ਸਵਾਲ। ਰੁਦਰਾ ਸਾਹਿਬ, ਸਿੱਧਾ ਸਵਾਲ ਇਹ ਬਣਦਾ ਹੈ ਕਿ ਭਾਜਪਾ ਵੱਲੋਂ ਕਈ ਤਰੀਕੇ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅੰਦੋਲਨ ਖਿਡਾਉਣ ਦੀਆਂ, ਭਾਵੇਂ ਉਹ 26 ਜਨਵਰੀ ਦੀ ਘਟਨਾ ਦੀ ਗੱਲ ਕੀਤੀ ਜਾਵੇ ਜਾਂ ਫਿਰ 26 ਜਨਵਰੀ ਤੋਂ ਬਾਅਦ ਜਿਸ ਤਰੀਕੇ ਨਾਲ ਸਿਨੈਰੀਓ ਚੇਂਜ ਹੁੰਦਾ ਹੈ, ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਸਾਰੇ ਨੂੰ ਤੁਸੀਂ? ਦੇਖੋ, ਇੱਕ ਗੱਲ ਤਾਂ ਮੈਂ ਦੱਸਦਾ, ਇਹਦੇ 'ਚ ਇਕੱਲਾ ਭਾਜਪਾ ਦਾ ਕਸੂਰ ਨਹੀਂ ਹੈਗਾ ਵੈ। ਸ਼ਿਕਾਰੀ ਨੇ ਜਾਲ ਵਿਛਾਇਆ ਪਰ ਫਸਿਆ ਪੰਛੀ ਆਪ ਹੈ। ਭਾਜਪਾ ਵਾਲਿਆਂ ਨੇ ਜਿਹੜਾ ਉਹ ਚੌਂਕ ਹੈ, ਸ਼ਾਇਦ ਕੀ ਨਾ ਉਹਦਾ ਮੇਰੇ ਦਿਮਾਗ ਦੇ ਵਿੱਚੋਂ ਨਿਕਲ ਗਿਆ, ਉਸ ਚੌਂਕ ਤੇ ਬੈਰੀਕੇਡ ਲਾਏ ਹੋਏ ਸੀਗੇ। ਠੀਕ ਹੈ। ਕਿਸਾਨਾਂ ਨੇ ਜਿਹੜਾ ਉਹ ਬੈਰੀਕੇਡ ਹੈ ਆਪਣੇ ਟਰੈਕਟਰ ਦੇ ਅੱਗੇ ਇਦਾਂ ਦੇ ਉਹਨਾਂ ਨੇ ਉਹ ਬਣਾਏ ਹੋਏ ਸੀ, ਜੁਗਾੜ ਜੀ ਲਾਏ ਹੋਏ ਸੀ। ਇਹਨਾਂ ਨੇ ਉਹ ਬੈਰੀਕੇਡ ਤੋੜਤੇ, ਉਹਨਾਂ ਨੇ ਰੋਕਿਆ ਨਹੀਂ ਇਹਨਾਂ ਨੂੰ। ਉਹਨਾਂ ਨੂੰ ਤਾਂ ਪਤਾ ਸੀ ਪੰਛੀ ਹੁਣ ਜਾਲ 'ਚ ਫਸਦਾ ਪਿਆ ਹੈਗਾ ਵਾ, ਉਹਨਾਂ ਨੇ ਆਉਣ ਦਿੱਤਾ। ਤੁਸੀਂ ਦੇਖੋ, ਨਹੀਂ ਤਾਂ ਲਾਲ ਕਿਲੇ ਕਿਤੇ ਪਹੁੰਚ ਸਕਦੇ ਸੀਗੇ। ਠੀਕ ਹੈ, ਜੇ ਸਰਕਾਰ ਚਾਹੁੰਦੀ ਤਾਂ, ਤੇ ਪਰ ਇਹਨਾਂ ਨੂੰ ਪਹੁੰਚਣ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜੇ ਕੰਮ ਕੀਤੇ ਉਹ ਤਾਂ ਇਹਨਾਂ ਨੇ ਕੀਤੇ ਹੈ ਨਾ। ਤੁਸੀਂ ਦੇਖੋ, ਲਾਲ ਕਿਲਾ ਇੱਕ ਦੇਸ਼ ਦਾ ਸਿੰਬਲ ਹੈ, ਠੀਕ ਹੈ, ਉਹਨੂੰ ਸਿੰਬਲ ਦੇ ਤੌਰ ਤੇ ਲਿੱਤਾ ਜਾਂਦਾ ਹੈ। ਉੱਥੋਂ ਦੀ ਜਿਹੜਾ ਪਰ ਰੁਦਰਾ ਸਾਹਿਬ ਇੱਕ ਸਵਾਲ ਇੱਥੇ ਹੋਰ ਬਣਦਾ ਹੈ ਨਾ, ਖਾਲੀ ਉਹ ਕਿਸਾਨ ਨਹੀਂ ਸੀਗੇ, ਉਹਦੇ ਵਿੱਚ ਕਈ ਸ਼ਰਾਰਤੀ ਅੰਸਰ ਵੀ, ਇਹ ਇਲਜ਼ਾਮ ਲੱਗਦਾ ਰਿਹਾ ਵਾ, ਕਿਸਾਨ ਜਥੇਬੰਦੀਆਂ ਲਾਉਂਦੀਆਂ ਰਹੀਆਂ, ਉਹ ਕਹਿੰਦੇ ਕਿ ਸ਼ਰਾਰਤੀ ਅੰਸਰ ਵੀ ਵਿੱਚ ਸੀਗੇ, ਉਹਨਾਂ ਵੱਲੋਂ ਹੋ ਸਕਦਾ ਵਾ ਕਿ ਉਹ ਸਾਰੇ ਬੈਰੀਕੇਡ ਹਟਾਏ ਗਏ ਹੋਣ। ਇੱਥੋਂ ਤੱਕ ਵੀ ਇਲਜ਼ਾਮ ਲੱਗਦਾ ਕਿ ਬੈਰੀਕੇਡ ਉਸ ਸਾਈਡ ਤੇ ਲਾਈ ਨਾ ਗਏ ਹੋਣ। ਦੇਖੋ, ਤੁਹਾਡੀ ਗੱਲ ਠੀਕ ਹੈਗੀ ਆ, ਪਰ ਜਿਹੜੇ ਦੀਪ ਸਿੱਧੂ ਨੇ ਬਿਆਨ ਦਿੱਤੇ ਆ ਇੱਕ ਦਿਨ ਪਹਿਲੇ ਵਾਲੇ, ਉਹ ਤਾਂ ਇਹਨਾਂ ਨੇ ਹੀ ਦਿੱਤੇ ਨਾ। ਜਿਹੜੇ ਉਹ ਬਿਆਨ ਆ ਰਹੇ ਆ, ਹੁਣ ਇੱਕ ਬਾਹਰ ਬੈਠਾ ਗੁਰਪਤਵੰਤ ਸਿੰਘ ਪੰਨੂ ਬੈਠਾ ਉੱਥੇ, ਸਿਕਸ ਫॉर ਜਸਟਿਸ ਵਾਲਾ, ਉਹ ਇੱਕ ਗੱਲ ਕਹਿੰਦਾ ਪਿਆ ਕਿ ਮੈਂ ਉਸ ਬੰਦੇ ਨੂੰ ਇੰਨੇ ਕਰੋੜ ਦਾ ਇਨਾਮ ਦਿਆਂਗਾ ਤੇ ਜਿਹੜਾ ਬੰਦਾ ਉੱਥੇ ਜਾ ਕੇ ਝੰਡਾ ਖਾਲਿਸਤਾਨ ਦਾ ਲਾਏਗਾ। ਅਸੀਂ ਉਧਰ ਵੱਲ ਨੂੰ ਵੱਧਦੇ ਪਏ ਆ, ਉਹੀ ਕੰਮ ਅਸੀਂ ਕਰ। ਰੁਦਰਾ ਸਾਹਿਬ, ਖਾਲਿਸਤਾਨ ਦਾ ਨਹੀਂ, ਉਹ ਝੰਡਾ ਨਿਸ਼ਾਨ ਸਾਹਿਬ ਸੀਗਾ, ਖਾਲਿਸਤਾਨ ਦਾ ਝੰਡਾ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਸ ਗੱਲ ਤੇ ਮੈਂ ਆ ਰਿਹਾ। ਆਪਾਂ ਉਧਰ ਵੱਲ ਨੂੰ ਗੱਲ ਨੂੰ ਵਧਾਣੇ ਪਏ ਆ। ਠੀਕ ਹੈ, ਅਸੀਂ ਜਾ ਕੇ ਉੱਥੇ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਉੱਥੇ ਝੁਲਾਤਾ। ਠੀਕ ਹੈ, ਅਸੀਂ ਇਹ ਨਹੀਂ ਸੋਚਿਆ ਕਿ ਸਿੱਖ ਮਾਨ ਮਰਿਆਦਾ ਦੇ ਵਿੱਚ ਕੀ ਇਸ ਤਰ੍ਹਾਂ ਨਿਸ਼ਾਨ ਸਾਹਿਬ ਝੁਲਾਣਾ ਜਿਹੜਾ ਉਹ ਠੀਕ ਹੈਗਾ ਵਾ, ਕੇਸਰੀ ਝੰਡਾ ਜਿਹੜਾ ਝੁਲਾਣਾ ਉਹ ਠੀਕ ਹੈਗਾ ਵਾ। ਠੀਕ ਹੈ, ਅਸੀਂ ਇਹ ਗੱਲਾਂ ਸੋਚੀਆਂ ਨਹੀਂ ਉਦੋਂ, ਅਸੀਂ ਉਹਨਾਂ ਦੇ ਜਾਲ 'ਚ ਫਸੇ। ਜਿਹੜੇ ਦੀਪ ਸਿੱਧੂ ਨੇ ਬਿਆਨ ਦਿੱਤੇ ਇੱਕ ਦਿਨ ਪਹਿਲੇ, ਉਹ ਆਪਾਂ ਦੇਖ ਲਈਏ। ਜਿਹੜੇ ਉਸ ਦਿਨ ਬਿਆਨ ਦਿੱਤੇ, ਉਦੋਂ ਤੱਕ ਤਾਂ ਉਹਨੂੰ ਵੀ ਸਮਝ ਆ ਗਿਆ ਸੀ। ਜਦੋਂ ਉੱਥੇ ਗੜਬੜ ਸ਼ੁਰੂ ਹੋ ਗਈ ਹੈ ਨਾ, ਗੋਲੀਆਂ ਵੀ ਚੱਲੀਆਂ ਉੱਥੇ, ਹਾਲਾਂਕਿ ਸਰਕਾਰ ਕਹਿੰਦੀ ਨਹੀਂ ਚਲਾਈਆਂ, ਠੀਕ ਹੈ, ਪਰ ਹਰ ਚੀਜ਼ ਦੇ ਸਬੂਤ ਮੌਜੂਦ ਨੇ। ਉਸ ਤੋਂ ਬਾਅਦ ਬੰਦੇ ਘਾਇਲ ਹੋਏ ਹੈਗੇ ਆ, ਤੇ ਉਹ ਚੀਜ਼ਾਂ ਤਾਂ ਅਸੀਂ ਆਪ ਫਸੇ ਨਾ। ਦੀਪ ਸਿੱਧੂ ਨੂੰ ਤਾਂ ਨੇ ਧੱਕਾ ਮਾਰਿਆ ਹੈ ਨਾ, ਦੀਪ ਸਿੱਧੂ ਤਾਂ ਉਹਨਾਂ ਦਾ ਏਜੰਟ ਨਹੀਂ ਹੈਗਾ, ਉਸ ਨੂੰ ਥੋੜਾ ਕਹਿ ਸਕਦੇ ਆ। ਹੋਰ ਵੀ ਬੰਦੇ ਜਿਹੜੇ ਹੈਗੇ ਆ, ਉਹਨਾਂ ਨੇ ਉਹਦੇ ਵਿੱਚ ਪੂਰੀ ਭੂਮਿਕਾ ਨਿਭਾਈ, ਤੇ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਕਰਾਇਆ ਕੰਮ। ਉਹਨਾਂ ਨੇ ਜਾਲ ਵਿਛਾਇਆ, ਇਹ ਜਾਲ ਦੇ ਵਿੱਚ ਆਪ ਜਾ ਕੇ ਫਸੇ ਨੇ, ਜਿਸ ਤੋਂ ਬਾਅਦ ਅੰਦੋਲਨ ਕਮਜ਼ੋਰ ਹੋਇਆ। ਕਮਜ਼ੋਰ ਕੀ ਖਤਮ ਹੋ ਚੁੱਕਾ ਸੀ। ਜੇ ਧਿਆਨ ਨਾਲ ਦੇਖੋ, ਜੇ ਟਕੈਤ ਜਿਹੜਾ ਉਹਦੇ ਆਂਸੂ ਉਦਣ ਨਾ ਨਿਕਲਦੇ
ਤੇ ਜਿਹੜਾ ਉਸ ਨੂੰ ਸਾਰੇ ਚੈਨਲਾਂ ਨੇ ਨਾ ਚੱਕਿਆ ਹੁੰਦਾ ਤੇ ਇਸ ਗੱਲ ਉਦੋਂ ਅੰਦੋਲਨ ਖਤਮ ਹੋ ਜਾਣਾ ਸੀ। ਇਹ ਪਰ ਇੱਕ ਚੀਜ਼ ਹੋਰ ਹੈ ਰੁਦਰਾ ਸਾਹਿਬ, ਉਸ ਅੰਦੋਲਨ ਦੇ ਵਿੱਚ ਉਸ ਦਿਨ ਜਿਸ ਤਰੀਕੇ ਨਾਲ ਵੀ ਬਚਿਆ ਉਹ ਗੱਲ ਠੀਕ ਹੈ, ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਿੰਘੂ ਬਾਰਡਰ ਦੀ ਪਿਛਲੀ ਸਟੇਜ ਦੇ ਉੱਤੇ ਪੱਥਰਬਾਜ਼ੀ ਹੁੰਦੀ ਹੈ, ਪੁਲਿਸ ਦੀ ਮੌਜੂਦਗੀ ਦੇ ਵਿੱਚ ਹੁੰਦੀ ਹੈ, ਕਈ ਤਰੀਕੇ ਦੇ ਸਵਾਲ ਖੜੇ ਹੁੰਦੇ ਆ ਨਾ। ਇਸ ਤੋਂ ਤੇ ਸਿੱਧਾ ਸ਼ੱਕ ਹੁੰਦਾ ਹੈ, ਉਹਦੇ ਵਿੱਚ ਭਾਜਪਾ ਦਾ ਇੱਕ ਲੀਡਰ ਵੀ ਸੀਗਾ ਅਮਨ, ਉਹਦੀ ਸਾਫ਼ ਤੌਰ ਦੇ ਉੱਤੇ ਫੋਟੋ ਸਾਹਮਣੇ ਆਈ, ਭਾਜਪਾ ਦੇ ਕਈ ਲੀਡਰ। ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਹੈਗੀ ਆ, ਬਿਲਕੁਲ ਕਲੀਅਰ ਹੈ ਕਿ ਉਹਨਾਂ ਦਾ ਹੱਥ ਹੈਗਾ ਸੀਗਾ। ਉਹਨਾਂ ਨੇ ਕੋਸ਼ਿਸ਼ ਕੀਤੀ, ਠੀਕ ਹੈ ਨਾ, ਥੋੜਾ ਜਿਹਾ ਕਿਸਾਨਾਂ ਨੂੰ ਮੀਂਹ ਦੀ ਮਾਰ ਵੀ ਪਈ ਹੈ ਨਾ, ਉੱਥੇ ਹਨੇਰੀ ਦੀ ਮਾਰ ਵੀ ਪਈ, ਇਸ ਤੋਂ ਸਿਵਾਏ ਉਹਨਾਂ ਨੇ ਜਿਹੜਾ ਕੋਈ ਕਸਰ ਨਹੀਂ ਛੱਡੀ। ਜਿਹੜੇ ਉੱਥੇ ਦੇ ਹਰਿਆਣੇ ਦੇ ਲੀਡਰ ਸੀ, ਉੱਥੇ ਸਰਕਾਰ ਚੱਲਦੀ ਪਈ ਉਹਨਾਂ ਦੀ, ਠੀਕ ਹੈ, ਉਹਨਾਂ ਦੇ ਲੀਡਰਾਂ ਦੇ ਜਿਹੜਾ ਮਤਲਬ ਇਹ ਗੱਲ ਪੂਰੀ ਸਾਬਤ ਕਰ ਦਿੱਤੀ ਕਿ ਅਸੀਂ ਜਿਹੜਾ ਆਪਣੀ ਕੇਂਦਰ ਸਰਕਾਰ ਦੇ ਨਾਲ ਹੈਗੇ ਆ। ਹੁਣ ਪਤਾ ਨਹੀਂ ਸ਼ਹਿ ਜਿਹੜੀ ਹੈ ਕੇਂਦਰ ਸਰਕਾਰ ਦੀ ਸੀ ਕਿ ਨਹੀਂ, ਇਹ ਸ਼ੱਕ ਦੇ ਘੇਰੇ 'ਚ ਹੈ, ਇਹ ਸਵਾਲਾਂ ਦੇ ਘੇਰੇ 'ਚ ਹੈਗੀ ਤੁਹਾਡੀ ਗੱਲ, ਠੀਕ ਹੈ। ਪਰ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਜਿਹੜੇ ਹਰਿਆਣੇ ਦੇ ਲੀਡਰ ਸੀਗੇ, ਜਿਹੜੇ ਭਾਜਪਾ ਦੇ ਲੀਡਰ ਸੀ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿਸਾਨਾਂ ਦੇ ਅੰਦੋਲਨ ਨੂੰ ਉੱਥੇ ਕਮਜ਼ੋਰ ਕਰਨ ਦੀ। ਉਧਰਲੇ ਪਾਸੇ ਤੇ ਚਲੋ ਸਿਆਸੀ ਤੌਰ ਦੇ ਉੱਤੇ ਢਾਹ ਲਾ ਕੇ ਤੇ ਇਸ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿਆਸਤ ਹੋ ਰਹੀ ਹੈ, ਉਸ ਸਿਆਸਤ ਨੂੰ ਕਿਵੇਂ ਦੇਖਦੇ ਹੋ ਚਾਵਲਾ ਸਾਹਿਬ ਤੁਸੀਂ? ਖਾਸ ਕਰਕੇ ਕਾਂਗਰਸ ਵੱਲੋਂ ਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਜਿਸ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਕੈਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਅੱਜ ਦਾ ਹੀ ਜੇ ਆਪਾਂ ਦੇਖ ਲਈਏ ਅਕਾਲੀ ਦਲ ਦਾ ਰੋਲ, ਜਿਹੜਾ ਅੱਜ ਇੱਕ ਰੋਲ ਪਲੇ ਕਰ ਰਿਹਾ ਅਕਾਲੀ ਦਲ, ਚਾਹੇ ਦੇਖੋ ਅੱਜ ਅਕਾਲੀ ਦਲ ਆਪਣੀ ਇੱਕ ਕਹਿ ਲਈਏ ਕਿ ਯੂ ਟਰਨ ਦੀ ਜਿਹੜੀ ਇੱਕ ਪਾਲਿਸੀ ਉਹਨੂੰ ਆਪਣੀ ਕਿਸੇ ਨਾ ਕਿਸੇ ਤਰੀਕੇ ਪਲੇਸ ਜਿਹੜੀ ਆ ਉਹ ਵਾਪਸ ਲੈਣਾ ਚਾਹ ਰਿਹਾ, ਲੇਕਿਨ ਉਹ ਪਲੇਸ ਜਿਹੜੀ ਆ ਉਹਨੂੰ ਨਹੀਂ ਮਿਲ ਪਾਈ। 100 ਦਿਨ ਦਾ ਪ੍ਰੋਗਰਾਮ ਦੇ ਨਤੀਜੇ ਆਪਾਂ ਦੇਖ ਹੀ ਲਏ ਕਿ ਜਿਹੜਾ 100 ਦਿਨ ਦਾ ਪ੍ਰੋਗਰਾਮ ਸੁਖਬੀਰ ਬਾਦਲ ਨੇ ਅਨਾਊਂਸ ਕੀਤਾ, ਉਹ ਤੋਂ ਬਾਅਦ ਪੀਰ ਹਾਰ ਕੇ ਉਹਨੂੰ ਇਹ ਗੱਲ ਮੰਨਣੀ ਪਈ ਔਰ ਕਹਿਣੀ ਪਈ ਕਿ ਮੈਂ ਕਿਸਾਨ ਦੇ ਲੀਡਰਸ ਨਾਲ ਗੱਲ ਕਰਨ ਦੀ ਤਿਆਰੀ ਹੈ, ਤੁਸੀਂ ਬਹਿ ਕੇ ਗੱਲ ਕਰੋ, ਕਿਉਂ ਮੇਰਾ ਵਿਰੋਧ ਕੀਤਾ ਜਾ ਰਿਹਾ। ਕਿਉਂਕਿ ਦੇਖੋ ਦੂਸਰਾ ਪੱਖ ਜੇ ਆਪਾਂ ਕਹਿ ਲਈਏ ਕਾਂਗਰਸ ਕਿਤੇ ਇਹ ਕਹਿ ਸਕਦੇ ਹਾਂ ਕਿ ਪਰਸੈਂਟੇਜ ਵਾਈਜ਼ ਕਹੀਏ ਨਾ, ਜੇ ਪਰਸੈਂਟੇਜ ਵਾਈਜ਼ ਗਿਣ ਲਈਏ ਕਿ ਲੋਕਾਂ ਦੇ ਮਨਾਂ ਦੇ ਵਿੱਚ ਕਾਂਗਰਸ ਨੇ ਥੋੜੀ ਜਿਹੀ ਬਾਕੀ ਬਚੀ ਹੋਈ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਰੋਲ ਪਲੇ ਕਰਨਾ ਕਿਸੇ ਨਾ ਕਿਤੇ ਜਗ੍ਹਾ ਤੇ ਉਹਨਾਂ ਦੇ ਬਿਆਨਬਾਜ਼ੀ ਕਿਸਾਨਾਂ ਦੇ ਪੱਖ ਦੇ ਵਿੱਚ ਦੇਣੀ ਹੈ। ਅੱਜ ਇੱਕ ਬੈਚ ਲਾ ਕੇ ਇੱਕ ਕਾਨਫਰੰਸ ਆਪਣੀ ਵਰਚੁਅਲ ਮੀਟਿੰਗ ਕਰਨੇ की नो फार्मर नो फूड ਦਾ ਬੈਨ ਲਗਾਇਆ ਗਿਆ, ਉਹ ਆਪਣੀ ਇਸ ਹਰ ਜਿਹੜਾ ਅੱਜ ਰਾਜਨੀਤਾ, ਚਾਹੇ ਉਹ ਕਾਂਗਰਸ ਦਾ, ਚਾਹੇ ਉਹ ਆਮ ਆਦਮੀ ਪਾਰਟੀ ਦਾ, ਚਾਹੇ ਉਹ ਅਕਾਲੀ ਦਲ ਦਾ, ਖਾਸ ਕਰਕੇ ਅਕਾਲੀ ਦਲ, ਇਹ ਤਿੰਨ ਜਿਹੜੇ ਨੇ ਨਾ, ਇਹਨਾਂ ਤਿੰਨਾਂ ਨੂੰ ਤੇ ਇਹ ਫੇਸ ਕਲੀਅਰ ਹੋ ਗਿਆ ਕਿ ਆਪਾਂ ਨੂੰ ਆਪਣੀ ਪਲੇਸ ਵਾਪਸ ਲੈ ਕੇ ਆਣੀ ਪੈਣੀ ਹੈ ਔਰ ਉਹਦੀ ਜਦੋਜਹਿਦ ਦੇ ਵਿੱਚ ਲੱਗੇ ਹੋਏ ਨੇ। ਬਹੁਤ ਐਸੇ ਪਿੰਡ ਨੇ, ਮਾਲਵੇ ਦੇ ਐਸੇ ਬਹੁਤ ਪਿੰਡ ਨੇ ਜਿੱਥੇ ਇਹ ਬਕਾਇਦਾ ਪੋਸਟਰਸ ਲੱਗ ਚੁੱਕੇ ਨੇ ਕਿ ਕੋਈ ਵੀ ਲੀਡਰ ਇੱਥੇ ਇਹ ਉਮੀਦ ਨਾਲ ਆਵੇ ਕਿ ਵੋਟਾਂ ਮੰਗਣ ਦੀ। ਹੁਣ ਉਹਨਾਂ ਨੇ ਇੱਕ ਬੜਾ ਵੱਡਾ ਮੁਸ਼ਕਿਲ ਦੀ ਘੜੀ ਹੋ ਚੁੱਕੀ ਹੈ ਕਿ ਬੀਜੇਪੀ ਦਾ ਵਿਰੋਧ ਤੇ ਚਲੋ ਇਹ ਕਲੀਅਰ ਹੈ, ਬੀਜੇਪੀ ਦੇ ਲੀਡਰਸ ਨੂੰ ਪਤਾ ਕਿ ਆਪਾਂ ਨੂੰ ਤਾਂ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਹੀ ਹੈ, ਲੇਕਿਨ ਇਹ ਲੜਾਈ ਉਦੋਂ ਹੀ ਸ਼ੁਰੂ ਹੋ ਗਈ ਸੀ ਕਿ ਜਿੱਦਣ ਗਰੇਵਾਲ ਨੂੰ ਇੱਕ ਕਮੈਂਟ ਕਰਦੇ ਹੋਏ ਰਵਨੀਤ ਬਿੱਟੂ ਨੇ ਵੀ ਕਿਹਾ ਸੀ ਕਿ ਤੁਸੀਂ ਇੱਕ ਐਸਾ ਆਪਾਂ ਲਈ ਮੁਸੀਬਤ ਖੜੀ ਕਰਤੀ ਹੈ ਕਿ ਆਪਾਂ ਨੂੰ ਵੀ ਕਾਂਗਰਸੀਆਂ ਨੂੰ ਵੀ ਪਿੰਡਾਂ ਦੇ ਵਿੱਚ ਵੜਨਾ ਔਖਾ ਹੋ ਜਾਂਦਾ। ਰਿਐਲਿਟੀ ਹੈ ਅੱਜ ਕਾਂਗਰਸੀ ਵੀ ਕਈ ਪਿੰਡਾਂ ਦੇ ਵਿੱਚ ਵੜਦੇ ਨੇ, ਮਾਲਵੇ ਦੇ ਵਿੱਚ ਜਿੱਥੇ ਬੋਰਡ ਲੱਗੇ ਨੇ ਉੱਥੇ ਜਦੋਂ ਵੜਨਗੇ ਤੇ ਉਹਨਾਂ ਨੂੰ ਸਾਹਮਣਾ ਕਰਨਾ ਪਏਗਾ, ਕਰਨਾ ਪੈ ਵੀ ਰਿਹਾ। ਪਰ ਉੱਥੇ ਖਬਰਾਂ ਆਉਂਦੀਆਂ ਵੀ ਚਾਵਲਾ ਸਾਹਿਬ, ਉੱਥੇ ਤੇ ਦੋਹਰੀ ਨੀਤੀ ਕਾਂਗਰਸ ਦੀ ਵੀ ਸਾਹਮਣੇ ਆਉਂਦੀ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਜਿਹੜੇ ਉਹ ਸਮੇਂ ਦੇ ਹਿਸਾਬ ਨਾਲ ਬਦਲਦੇ ਜਾਂਦੇ, ਉਹ ਆਪਣੇ ਬਿਆਨ ਸ਼ਿਫਟ ਕਰਦੇ ਨੇ, ਟਾਈਮ ਦੇਖਦੇ ਨੇ, ਟਾਈਮ ਦੇ ਹਿਸਾਬ ਦੇ ਨਾਲ ਉਹ ਆਪਣੇ ਬਿਆਨ ਜਿਹੜੇ ਉਹ ਮੈਨੇਜ ਕਰਦੇ ਨੇ। 26 ਜਨਵਰੀ ਦੀ ਜਦੋਂ ਘਟਨਾ ਹੁੰਦੀ ਹੈ ਤਾਂ ਉਹ ਇੰਟਰਨਲ ਸਿਕਿਉਰਿਟੀ ਦੀ ਗੱਲ ਕਰਦੇ ਆ, ਉਸ ਤੋਂ ਬਾਅਦ ਹੁਣ ਉਹ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਆ ਉਹ ਧਰਨੇ ਕਿਸਾਨਾਂ ਨੂੰ ਚੱਕ ਲੈਣੇ ਚਾਹੀਦੇ ਆ। ਕਿਸ ਤਰ੍ਹਾਂ ਦੇਖਦੇ ਹੋ ਸਿੱਧੂ ਦੀ ਸਟੇਜ ਜਦੋਂ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ, ਜਾਖੜ ਸਿੱਧੇ ਤੌਰ ਤੇ ਕਹਿੰਦੇ ਨੇ ਕਿਸਾਨਾਂ ਨੂੰ ਤੇ ਕੈਪਟਨ ਸਾਹਿਬ ਨੇ ਭੇਜਿਆ ਹੈ, ਇਹ ਵੀ ਇਸ ਨਾਲ ਵੀ ਮੋਰਚੇ ਨੂੰ ਸੱਟ ਵੱਜਦੀ ਹੈ ਨਾ। ਤੁਸੀਂ ਦੇਖੋ ਪਹਿਲੇ ਦਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਫੋਕਸ ਹੀ ਇਹ ਰਿਹਾ ਕਿ ਪੰਜਾਬ ਦੇ ਐਜੂਕੇਸ਼ਨ ਨੂੰ ਦਿੱਲੀ ਵੱਲ ਨੂੰ ਮੋੜਨ ਦਾ ਜਿਹੜਾ ਬਾਰ-ਬਾਰ ਬਿਆਨ ਆਉਂਦੇ ਰਹੇ, ਔਰ ਜਦੋਂ ਪੰਜਾਬ ਦੀਆਂ, ਮੈਂ ਜਿਵੇਂ ਮੈਂ ਪਹਿਲੇ ਦੱਸਿਆ ਕਿ ਪੰਜਾਬ ਦੀਆਂ ਸਰਹੱਦਾਂ ਤੱਕ ਸੀ, ਜਦੋਂ ਪੰਜਾਬ ਦੀਆਂ ਬੂਹਾਂ ਤੱਕ ਸੀ ਇਹ, ਉਦੋਂ ਤੱਕ ਤਾਂ ਕੈਪਟਨ ਦਾ ਡਾਇਰੈਕਟਲੀ ਬਿਆਨ ਆਉਂਦਾ ਰਿਹਾ ਕਿ ਮੈਂ ਅੱਗੇ ਜਾ ਕੇ ਖੜੂੰਗਾ ਔਰ ਆਪਾਂ ਜਾ ਕੇ ਦਿੱਲੀ ਐਜੂਕੇਸ਼ਨ ਲੜੀਏ, ਆਪਾਂ ਕੇਂਦਰ ਨਾਲ ਲੜਾਈ ਲੜੀਏ, ਲੜਾਈ ਕੇਂਦਰ ਦੀ ਹੈ ਨਾ ਕਿ ਪੰਜਾਬ ਦੀ।
ਔਰ ਉਹਦੇ ਵਿੱਚ ਤੁਸੀਂ ਇਹ ਦੇਖੋ ਕਿ ਜਦੋਂ ਪੰਜਾਬ ਦੇ ਬਾਰਡਰ ਤੋਂ, ਪੰਜਾਬ ਦੀਆਂ ਸਰਹੱਦਾਂ ਤੋਂ, ਪੰਜਾਬ ਦੇ ਪਿੰਡਾਂ ਤੋਂ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਕੋਵਿਡ ਦਾ ਇੱਕ ਚੱਲ ਰਿਹਾ ਸੀ, ਤੇ ਉਦੋਂ ਉਹਨਾਂ ਨੂੰ ਕੋਈ ਕਿਸੇ ਤਰੀਕੇ ਨਾਲ ਰੋਕਿਆ ਨਹੀਂ ਗਿਆ। ਇੱਥੋਂ ਤੱਕ ਤੁਸੀਂ ਕਿ ਪੰਜਾਬ ਦਾ ਚਾਹੇ ਕਿਸਾਨ ਪੱਖੀ ਰਵੱਈਆ ਕੈਪਟਨ ਅਮਰਿੰਦਰ ਸਿੰਘ ਅਪਣਾਉਂਦੇ ਰਹੇ। ਜਦੋਂ ਬਿਆਸ ਪੁਲ ਦੇ ਉੱਤੇ ਧਰਨਾ ਸੀ ਜਾਂ ਕਈ ਜਗ੍ਹਾ ਤੇ ਧਰਨੇ ਸੀ, ਕਈ ਪਰਚੇ ਰਜਿਸਟਰ ਹੋਏ ਕੋਵਿਡ ਦੀਆਂ ਗਾਈਡਲਾਈਨਸ ਦੇ ਅਕੋਰਡਿੰਗਲੀ, ਉਹ ਵਾਪਸ ਲਏ ਗਏ। ਉਦੋਂ ਕਿਸਾਨ ਪੱਖੀ ਸੀ। ਅੱਜ ਉਹੀ ਕੈਪਟਨ ਅਮਰਿੰਦਰ ਸਿੰਘ 4 ਦਿਨ ਪਹਿਲੇ, ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ ਉਹ ਬਿਆਨ ਦੇ ਰਹੇ ਨੇ ਕਿ ਪੰਜਾਬ ਦੀਆਂ ਜਿਹੜੇ ਧਰਨੇ ਨੇ ਉਹ ਖਤਮ ਕਰ ਦਿਓ, ਪੰਜਾਬ ਦਾ ਸੰਘਰਸ਼। ਇੱਕ ਇਹ ਵਰਡਸ ਕਹਿ ਦਾਂਗਾ ਕਿ ਜੇ ਉਹਨਾਂ ਨੇ ਇੱਥੋਂ ਤੱਕ ਵਰਡ ਯੂਜ਼ ਕੀਤਾ ਕਿ ਇੰਨੀਆਂ ਜਗ੍ਹਾ ਤੇ 135 ਜਗ੍ਹਾ ਤੇ ਜਿਹੜੇ ਪੰਜਾਬ ਦੇ ਧਰਨੇ ਚੱਲ ਰਹੇ ਨੇ ਉਹ ਖਤਮ ਕਰਕੇ ਤੇ ਆਪਾਂ ਇਹ ਜਿਹੜੇ ਧਰਨੇ ਸਾਰੇ ਮੂਵ ਔਨ ਕਰੀਏ ਹਰਿਆਣੇ ਵੱਲ ਜਾਂ ਦਿੱਲੀ ਵੱਲ। ਦੇਖੋ ਹਰਿਆਣੇ ਵੱਲ ਮੂਵ ਕਰਨ ਦਾ ਅਧਿਕਾਰ ਕਹਿਣਾ ਤੇ ਬਣਦਾ ਹੈ, ਪਰ ਹਰਿਆਣੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹਾਂ ਬਿਲਕੁਲ, ਦੇਖੋ ਇਹ ਸਟੇਟ ਦੇ ਸੀਐਮ ਦਾ ਇਹ ਗੱਲ ਕਹਿਣਾ, ਦੂਸਰੇ ਸਟੇਟ ਦੇ ਵੱਲੋਂ ਜ਼ਿਕਰ ਕਰਨਾ ਕਿ ਹਰਿਆਣੇ ਵੱਲ ਮੂਵ ਹੋ ਜਾਓ, ਇਹ ਇੱਕ ਬਹੁਤ ਵੱਡਾ ਕੁਐਸਚਨ ਆਪਾਂ ਕਿ ਕਿੱਦਾਂ ਤੁਸੀਂ ਇੱਕ ਸਟੇਟ ਨੂੰ ਦੂਜੀ ਸਟੇਟ ਨਾਲ ਲੜਨ ਲਈ ਮਜਬੂਰ ਕਰ ਰਹੇ ਹੋ ਔਰ ਕਹਿ ਰਹੇ ਹੋ। ਜਦਕਿ ਹਰਿਆਣਾ ਸਟੇਟ ਦੇ ਦੇਖੋ ਕਿਸਾਨ ਖੁਦ ਆਪ ਇਸ ਐਜੂਕੇਸ਼ਨ ਦੇ ਵਿੱਚ ਸ਼ਾਮਲ ਨਹੀਂ ਜਾਂ ਹਰਿਆਣਾ ਦੇ ਨਾਲ ਕੋਈ ਇਨਵੋਲਵਮੈਂਟ ਡਾਇਰੈਕਟਲੀ ਉਹ ਕਾਨੂੰਨਾਂ ਨੂੰ ਲਾਗੂ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਹੋਵੇ ਜਾਂ ਉਹਨਾਂ ਨੇ ਇਹਨੂੰ ਲਾਗੂ ਕਰਨ ਦੇ ਵਿੱਚ ਕੋਈ ਰੋਲ ਪਲੇ ਕਰਨਾ ਹੋਵੇ। ਬੇਸਿਕਲੀ ਉੱਥੇ ਲੜਾਈ ਕਿਸਾਨ ਆਪਣੀ ਸਰਕਾਰ ਨਾਲ ਆਪਣੇ ਤੌਰ ਤੇ ਲੜਦੇ ਪਏ ਨੇ ਆਲਰੇਡੀ, ਔਰ ਤੁਸੀਂ ਇੱਥੋਂ ਕਿਸਾਨਾਂ ਨੂੰ ਇਹ ਮੂਵ ਕਹੋਗੇ ਤੁਸੀਂ ਹਰਿਆਣੇ ਨਾਲ ਜਾ ਕੇ ਲੜਾਈ ਲੜੋ। ਇਹ ਇੱਕ ਅੰਦਰੂਨੀ ਜੀ ਨਾ ਵਾਰ ਕ੍ਰੀਏਟ ਕਰਨ ਵਾਲੀ ਗੱਲ ਹੈ। ਇਹ ਕਹਿ ਸਕਦੇ ਆ ਕਿ ਹਾਂ ਇਹ ਕੇਂਦਰ ਨਾਲ ਲੜਾਈ। ਮੈਂ ਇੱਕ ਗੱਲ ਖਾਸ ਕਹਾਂਗਾ ਗੁਰਪਿੰਦਰ, ਮੈਂ ਖਾਸ ਕਹਾਂਗਾ, ਇੱਕ ਖਾਸ ਇਹ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਦਾ ਇਹਨਾਂ ਕਿਸਾਨ ਕੀ ਰਵੱਈਆ ਸੀ ਤੇ ਕਾਂਗਰਸ ਨੂੰ ਫਰੋਮ ਫਸਟ ਡੇ, ਅੱਜ ਸਾਲ ਬਾਅਦ ਆਪਾਂ ਇਸ ਚੀਜ਼ ਉੱਤੇ ਡਿਸਕਸ ਕਰ ਰਹੇ ਹਾਂ, ਜਿਸ ਦਿਨ ਸਾਲ ਪਹਿਲਾਂ ਇਹ ਚੀਜ਼ ਹੋਈ ਤਾਂ ਉਦੋਂ ਇਹ ਕਿਉਂ ਨਹੀਂ ਕੀਤਾ ਗਿਆ ਕਿ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਜਾਂਦੀ ਔਰ ਸਾਰੇ ਹੀ ਤੇ ਚਾਹੇ ਉਹ ਪੰਜਾਬ ਦੀ ਬੀਜੇਪੀ ਵੀ ਹੁੰਦੀ, ਪੰਜਾਬ ਦੇ ਬੀਜੇਪੀ ਲੀਡਰਸ ਨੂੰ ਵੀ ਬੁਲਾਇਆ ਜਾਂਦਾ ਉਸ ਮੀਟਿੰਗ ਦੇ ਵਿੱਚ, ਕਿਉਂਕਿ ਉਹ ਵੀ ਪੰਜਾਬੀ ਨੇ, ਉਹ ਵੀ ਕਿਤੇ ਨਾ ਕਿਤੇ ਜੁੜੇ ਕਿਸਾਨੀ ਨਾਲ ਹੈ। ਖੁਦ ਗਰੇਵਾਲ ਕਹਿੰਦੇ ਨੇ ਕਿਸਾਨ ਆ, ਉਹਨਾਂ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਜਾਂਦੀ ਹੈ ਔਰ ਉੱਥੇ ਇਸ ਚੀਜ਼ ਦਾ ਵਿਰੋਧ ਜਤਾਇਆ ਜਾਂਦਾ ਔਰ ਇੱਕ ਮਤ ਹੋ ਕੇ ਤਾਂ ਕਿਹਾ ਇਹ ਰਾਜਨੇਤਾ ਜਿਹੜੇ ਸਿਆਸਤਦਾਨ ਨੇ ਇਹ ਉੱਥੇ ਜਾ ਕੇ ਸੀ ਪ੍ਰਾਈਮ ਮਿਨਿਸਟਰ ਕੋਲ ਟਾਈਮ ਲੈਂਦੇ। ਹਾਂ, ਉਹ ਦੂਸਰਾ ਪੱਖ ਸੀ ਕਿ ਪ੍ਰਾਈਮ ਮਿਨਿਸਟਰ ਟਾਈਮ ਨਾ ਦੇਵੇ ਜਾਂ ਕੇਂਦਰ ਸਰਕਾਰ ਇਹਨਾਂ ਦੀ ਗੱਲ ਨਾ ਸੁਣੇ ਤਾਂ ਇਹ ਆਪਣੀ ਗੱਲ ਨੂੰ ਕਹਿਣ ਜੋਗੇ ਹੁੰਦੇ। ਅੱਜ ਅਕਾਲੀ ਦਲ ਵੀ ਇਹ ਕਹਿਣ ਜੋਗਾ ਹੁੰਦਾ, ਆਮ ਆਦਮੀ ਪਾਰਟੀ ਦੇ ਪੰਜਾਬ ਦੀ ਲੀਡਰਸ਼ਿਪ ਵੀ ਕਹਿਣ ਜੋਗੀ ਹੁੰਦੀ ਕਿ ਯਾਰ ਦਿੱਲੀ ਜੋ ਚੱਲ ਰਿਹਾ ਉਹ ਗੱਲ ਹੋਈ ਹੈ ਜਾਂ ਆਪਾਂ ਦੇ ਹਾਈ ਕਮਾਂਡ ਜੋ ਕਰ ਰਹੇ ਵੱਖਰੀ ਹੈ, ਆਪਾਂ ਤੁਹਾਡੇ ਨਾਲ ਆ, ਦੇਖੋ ਆਪਾਂ ਇੰਨਾ ਵੱਡਾ ਸਟੈਪ ਕਰ ਲਈ, ਲੇਕਿਨ ਉਹ ਨਹੀਂ ਹੋਇਆ। ਉਹ ਚੀਜ਼ ਇਹ ਮਿਸ ਕਰ ਗਈ। ਜੇ ਉਹ ਚੀਜ਼ ਇਹਨਾਂ ਨੇ ਕੀਤੀ ਹੁੰਦੀ ਤੇ ਅੱਜ ਪੰਜਾਬ ਦੇ ਲੀਡਰਸ ਤੇ ਅੱਜ ਸਵਾਲ ਨਾ ਖੜਾ ਹੁੰਦਾ। ਅੱਜ ਦੇਖੋ ਅੱਜ ਕਿਸਾਨ ਲੀਡਰਸ ਨਹੀਂ ਮਜਬੂਰ ਹੋਣੇ ਸੀ ਇਹ ਗੱਲ ਕਹਿਣ ਲਈ ਕਿ ਤੁਸੀਂ ਵੱਡੀਆਂ ਰੈਲੀਆਂ ਨਾ ਕਰੋ ਜਾਂ ਵੱਡੇ ਪ੍ਰੋਗਰਾਮ ਨਾ ਕਰੋ। ਅੱਜ ਉਹ ਵੀ ਦੇਖੋ ਅੱਜ ਪੰਜਾਬ ਦੀ ਹੈ, ਚਾਹੇ ਜਿਹੜਾ ਮਰਜ਼ੀ ਐਜੂਕੇਸ਼ਨ ਚਲਾ ਰਹੇ ਨੇ, ਜਿਸ ਹੱਦ ਤੱਕ ਚਲਾ ਰਹੇ ਨੇ, 6 ਮਹੀਨੇ ਬਾਅਦ ਇਲੈਕਸ਼ਨ, ਹਰ ਪੰਜਾਬੀ ਨੂੰ ਡਿਸਾਈਡ ਤੇ ਕਰਨਾ ਹੀ ਪੈਣਾ ਮੈਂ ਕਿਹੜੇ ਐਮਐਲਏ ਨੂੰ ਵੋਟ ਪਾਣੀ, ਬਿਲਕੁਲ ਸਹੀ ਗੱਲ, ਕਿਸ ਕੈਂਡੀਡੇਟ ਨੂੰ ਵੋਟ ਪਾਣੀ ਆਪਣੇ ਹਲਕੇ ਦੇ ਵਿੱਚ। ਹੁਣ ਉਹ ਵਿਉਂਤ ਕਿਵੇਂ ਦੀ ਬਣੂਗੀ, ਉਹ ਚੱਲ ਰਹੀ ਹੈ। ਜੇਕਰ ਕਿਸਾਨ ਜਥੇਬੰਦੀਆਂ ਦੇ ਓਵਰਆਲ ਜਿਹੜਾ ਉਹਦੀ ਰਿਵਿਊ ਦੀ ਗੱਲ ਕੀਤੀ ਜਾਵੇ, ਹੁਣ ਤੱਕ ਦਾ ਜਿੰਨਾ ਵੀ ਉਹਨਾਂ ਦਾ ਰੋਲ ਰਿਹਾ ਹੈ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਕਈ ਵਾਰ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਤੇ ਨਾ ਕਿਤੇ ਇੱਕ ਝੰਡੇ ਥੱਲੇ ਇਕੱਠੇ ਰਹੇ। ਕਿਸ ਤਰ੍ਹਾਂ ਦੇਖਦੇ ਹੋ? ਹੁਣ ਸਿਆਸਤ ਨੂੰ ਲੈ ਕੇ ਵੀ ਮਿਸ਼ਨ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ, ਹੋਰ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਜਦੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ, ਪਰ ਓਵਰਆਲ ਹੁਣ ਤੱਕ ਦੇ ਜੇਕਰ ਆਪਾਂ ਗੱਲ ਕਰੀਏ ਤੇ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਪੂਰੇ ਕਿਸਾਨ ਆਗੂਆਂ ਦੇ ਆਪਸੀ ਯੂਨਿਟੀ ਨੂੰ, ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਦੇਖੋ ਗੁਰਵਿੰਦਰ ਜੀ, ਤੁਸੀਂ ਮਿਸ਼ਨ ਯੂਪੀ ਦਾ ਰੈਲੀ ਦੇਖ ਲਈ, ਆਪਾਂ ਮਹਾਸਭਾ ਪੰਚਾਇਤ ਦੇਖ, ਜੋ ਰਿਸਪੌਂਡ ਉੱਥੇ ਮਿਲਿਆ, ਰਿਸਪੌਂਡ ਤੋਂ ਇੱਕ ਫਿਰ ਜੇ ਕਹੀਏ ਨਾ ਜਿਹੜੀਆਂ ਇਹਨਾਂ ਦੀਆਂ ਆਪਸੀ ਮਨਭੇਦ ਜਿਹੜੇ ਨੇ ਕਿਸਾਨਾਂ ਦੇ ਜਥੇਬੰਦੀਆਂ ਦੇ ਆਗੂਆਂ ਦੇ, ਉਹ ਕਿਤੇ ਨਾ ਕਿਤੇ ਜਾ ਕੇ ਨਾ ਉਹ ਫਿਰ ਬੈਕ ਐਂਡ ਤੇ ਆ ਜਾਂਦੇ ਆ ਜਦੋਂ ਉਹ ਦੇਖਦੇ ਆ ਕਿ ਲੋਕ ਇੱਕ ਸੰਯੁਕਤ ਕਿਸਾਨ ਮੋਰਚਾ ਦੇ ਕਾਲ ਦੇ ਉੱਤੇ ਇਕੱਠੇ ਹੁੰਦੇ, ਨਾ ਕਿ ਇੱਕ ਧੜੇ ਦੀ ਜਦੋਂ ਕਾਲ ਹੁੰਦੀ ਆ ਤਾਂ ਸ਼ਾਇਦ ਉਹ ਗਿਣਤੀ ਜਿਹੜੀ ਆ ਉਹ ਸੀਮਤ ਹੁੰਦੀ ਹੈ। ਜਦੋਂ ਸੰਯੁਕਤ ਕਿਸਾਨ ਮੋਰਚਾ ਦੀ ਕਾਲ ਆਉਂਦੀ ਹੈ ਤਾਂ ਉਹ ਗਿਣਤੀ ਜਿਹੜੀ ਆ ਉਹ ਹਜ਼ਾਰਾਂ ਲੱਖਾਂ ਦੇ ਵਿੱਚ ਵੀ ਬਦਲ ਜਾਂਦੀ ਹੈ ਸਮੇਂ ਦੇ ਨਾਲ, ਉਹ ਉਸ ਲੋੜ ਦੇ ਮੁਤਾਬਕ। ਹੁਣ ਉਹ ਇਸੇ ਕਰਕੇ ਇਸ ਮੂਵਮੈਂਟ ਨੂੰ ਮਿਸ ਨਹੀਂ ਕਰਨਾ ਚਾਹ ਰਹੇ, ਕਿਉਂਕਿ ਤੁਸੀਂ ਦੇਖੋ
ਇਹ ਮੂਵਮੈਂਟ ਨੂੰ ਲੀਡ ਕਰਨ ਵਾਲੇ ਕੌਣ ਬੰਦੇ ਨੇ, ਇਹ ਲੀਡ ਕਰਨ ਵਾਲੇ ਇਹਦੇ ਚ ਮੋਰ ਓਵਰ ਉਹ ਚਿਹਰੇ ਜਿਹੜੇ ਕਦੀ ਕਦੀ ਆਦਮੀ ਪਾਰਟੀ ਨੂੰ ਬਣਾਉਣ ਵਾਲੇ ਚਿਹਰੇ ਵੀ ਰਹੇ ਨੇ, ਜਿਹੜੇ ਕਦੀ ਕਿਤੇ ਅਕਾਲੀ ਦਲ ਦੀ ਪਾਰਟੀ ਦੇ ਵਿੱਚ ਕਿਸਾਨ ਵਿੰਗ ਦੇ ਵਿੱਚ ਵੀ ਵਰਕ ਕੀਤਾ, ਕਦੀ ਕਿਤੇ ਕਾਂਗਰਸ ਦੀ ਕਿਸਾਨ ਪਾਰਟੀ ਦੇ ਵਿੱਚ। ਮਤਲਬ ਬੇਸਿਕਲੀ ਇਹ ਪੰਜਾਬ ਦੀ ਜਾਂ ਦਿੱਲੀ ਦੇ ਵਿੱਚ ਦਿੱਲੀ ਦੀ ਲੀਡਰਸ਼ਿਪ ਜਿਹੜੀ ਬੈਠੀ ਹੈ ਵਿੱਚ ਜੋਗਿੰਦਰ ਯਾਦਵ ਵਰਗੇ ਨਾਮ ਮੈਂ ਲਵਾਂਗਾ ਜਾਂ ਦੂਸਰੇ ਹੋਰ ਵੀ ਨਾਮ, ਰਾਕੇਸ਼ ਟਿਕੈਤ ਵਰਗੇ, ਇਹ ਆਪਣੀ ਜਗ੍ਹਾ ਤੇ ਜਦੋਂ ਵੀ ਲੜਾਈ ਲੜਦੇ ਰਹੇ ਆਪਣੀ ਆਪਣੀ ਸਟੇਟ ਜਾਂ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਾਂ ਆਪਣੇ ਆਪਣੇ ਹਲਕਿਆਂ ਦੇ ਵਿੱਚ ਲੜਾਈ ਲੜਦੇ ਰਹੇ, ਚਾਹੇ ਗੁਰਨਾਮ ਸਿੰਘ ਚੜੂਨੀ ਦੀ ਗੱਲ ਕਰੀਏ ਤਾਂ ਇਹ ਆਪਣੇ ਰਾਜਨੇਤਾਵਾਂ ਨਾਲ ਲੜਾਈ ਲੜਦੇ ਰਹੇ, ਕਦੀ ਇਹਨਾਂ ਨੂੰ ਉਨੀ ਸਫਲਤਾ ਨਹੀਂ ਮਿਲੀ ਜੋ ਸਫਲਤਾ ਅੱਜ ਦੇਖ ਰਹੇ ਨੇ। ਹੁਣ ਇਸ ਕਰਕੇ ਇਸ ਕਰਕੇ ਨਾ ਚਾਹੇ ਆਪਣੇ ਪਰਸਨਲ ਹਿੱਤਾਂ ਨੂੰ ਉਹ ਕਿਤੇ ਪਿੱਛੇ ਛੱਡ ਜਾਂਦੇ ਨੇ ਜਦੋਂ ਇਹ ਦੇਖਦੇ ਕਿ ਮੈਂ ਕੋਈ ਬਿਆਨ ਦੇ ਦਿੱਤਾ। ਜੇ ਗੁਰਨਾਮ ਸਿੰਘ ਚੜੂਨੀ ਦਾ ਬਿਆਨ ਸੀ ਕਿ ਪੰਜਾਬ ਦੇ ਵਿੱਚ ਕਿਸਾਨ ਲੜਾਈ ਲੜਨ ਦੀ ਇਲੈਕਸ਼ਨ ਲੜ, ਉਹ ਇੱਕਦਮ ਹੀ ਉਸ ਬਿਆਨ ਨੂੰ ਥੋੜਾ ਜਿਹਾ ਉਹਨਾਂ ਨੇ ਢਿੱਲੇ ਵੇ ਨਾਲ ਲੈ ਲਿਆ ਕਿ ਮੈਂ ਤੇ ਪੰਜਾਬ ਮਿਸ਼ਨ ਦੀ ਗੱਲ ਕਰ, ਮੈਂ ਤੇ ਕਿਸਾਨਾਂ ਦੀ ਗੱਲ ਕਰ ਹੀ ਨਹੀਂ ਰਿਹਾ। ਉਸ ਚੀਜ਼ ਦੇ ਭਾਵੇਂ ਉਹ ਉਸ ਤਰੀਕੇ ਨਾਲ ਅੱਜ ਸੰਯੁਕਤ ਕਿਸਾਨ ਮੋਰਚਾ ਉਹਨੂੰ ਨਹੀਂ ਲੈਂਦਾ ਜਾਂ ਉਹ ਕਈ ਬਿਆਨ ਹੋਣਗੇ। ਜੇ ਆਪਾਂ ਹੁਣ ਉਗਰਾਹਾਂ ਦੀ ਗੱਲ ਕਰੀਏ ਤਾਂ ਉਗਰਾਹਾਂ ਦੇ ਵਿੱਚ ਵੀ ਤਾਂ ਕੁਝ ਚੱਲ ਰਿਹਾ ਆਪਸ ਦੇ ਵਿੱਚ, ਕੁਝ ਕਈ ਪੁਆਇੰਟਸ ਦੇ ਉੱਤੇ ਆਪਸ ਵਿੱਚ ਉਹਨਾਂ ਦੇ ਜਿਹੜੇ ਖਿਆਲ ਨਾਲ ਨਹੀਂ ਮਿਲ ਰਹੇ, ਲੇਕਿਨ ਇਹ ਬਹੁਤੀ ਦੂਰ ਨਹੀਂ ਰਹਿਣਗੇ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਆਪਾਂ ਸੰਯੁਕਤ ਕਿਸਾਨ ਮੋਰਚੇ ਦਾ ਝੰਡਾ ਇੱਕ ਵਾਰੀ ਕਿਤੇ ਲਾਤਾ ਤੇ ਮੁੜ ਕੇ ਆਪਾਂ ਇਸ ਤਰੀਕੇ ਨਾਲ ਇਕੱਠੇ ਨਹੀਂ ਹੋ ਪਾਣਾ। ਤੇ ਬਹੁਤ ਵੱਡੀ ਗੱਲ ਹੈ ਇਹ ਬੰਦੇ ਇਕੱਠੇ ਹੋ ਗਏ। ਤੁਹਾਡਾ ਕਮੈਂਟ ਇਸ ਤੇ ਮੈਂ ਜਾਨਣਾ ਚਾਹਾਂਗਾ, ਤੁਸੀਂ ਕਿਵੇਂ ਦੇਖਦੇ ਹੋ? ਮਿਸ਼ਨ ਪੰਜਾਬ ਦੀ ਗੱਲ ਲਗਾਤਾਰ ਕਰ ਰਹੇ ਨੇ ਗੁਰਨਾਮ ਸਿੰਘ ਚੜੂਨੀ, ਹਾਲਾਂਕਿ ਉਹਦੇ ਵਿੱਚ ਬਹੁਤਾ ਇੰਟਰਸਟ ਜਿਹੜਾ ਉਹ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਨੇ ਉਹ ਨਹੀਂ ਲੈ ਰਹੀਆਂ। ਉਸ ਤੋਂ ਬਾਅਦ ਵੀ ਮਿਸ਼ਨ ਪੰਜਾਬ ਦੀ ਗੱਲ ਹੋ ਰਹੀ ਹੈ, ਇਸ ਨੂੰ ਕਿਵੇਂ ਦੇਖ ਰਹੇ ਹੋ? ਇੱਕ ਪਾਸੇ ਕਹਿ ਰਹੇ ਨੇ ਕਿ ਸਿਆਸੀ ਬੰਦਿਆਂ ਨੂੰ ਜਿਹੜਾ ਅਸੀਂ ਸਟੇਜ ਨਹੀਂ ਉਹਨਾਂ ਦੇ ਨਾਲ ਸਾਂਝੀ ਕਰਨੀ, ਦੂਜੇ ਪਾਸੇ ਸਿਆਸਤ ਵਿੱਚ ਆਉਣ ਦੀ ਗੱਲ ਹੋ ਰਹੀ ਹੈ, ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਇਹ ਮੈਂ ਸਮਝਦਾ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਹ ਗੱਲ ਆਖ ਦਿੱਤੀ ਹੈ ਕਿ ਗੁਰਨਾਮ ਸਿੰਘ ਚੜੂਨੀ ਦਾ ਆਪਣਾ ਬਿਆਨ ਹੈ, ਉਹਨਾਂ ਦਾ ਨਿੱਜੀ ਉਹਨਾਂ ਦੀ ਸੋਚ ਹੈਗੀ ਹੈ, ਇਹਦੇ ਨਾਲ ਅਸੀਂ ਸਹਿਮਤ ਨਹੀਂ ਹੈਗੇ। ਤਾਂ ਮੈਂ ਸਮਝਦਾ ਕਿ ਜੇ ਇਹ ਰਾਜਨੀਤੀ ਵੱਲ ਨੂੰ ਕਿਤੇ ਤੁਰ ਪਿਆ ਤਾਂ ਇਹ ਖਿੰਡ ਜਾਣਾ ਹੈਗਾ, ਕਿਉਂਕਿ ਫਿਰ ਸਿਆਸੀ ਜਿਹੜੇ ਹਿੱਤ ਨੇ ਉਹਨਾਂ ਦਾ ਟਕਰਾਅ ਹੋ ਜਾਣਾ ਹੈਗਾ। ਤੇ ਸਿਆਸੀ ਲੀਡਰਾਂ ਨਾਲ ਜਿੱਦਾਂ ਦੱਸ ਹੀ ਦਿੱਤਾ ਗੁਰਪ੍ਰੀਤ ਹੋਣਾ ਨੇ ਕਿ ਕਿਤੇ ਨਾ ਕਿਤੇ ਇਹਨਾਂ ਦਾ ਤਲਕ ਭੂਤਕਾਲ ਦੇ ਵਿੱਚ ਵੀ ਰਿਹਾ ਤੇ ਇਸ ਵਕਤ ਵੀ ਹੈਗਾ ਵਾ। ਇਸ ਕਰਕੇ ਉਹ ਜਦੋਂ ਟਕਰਾਅ ਹੋਣਾ ਤੇ ਇਹਨਾਂ ਨੇ ਆਪਸ ਦੇ ਵਿੱਚ ਵੰਡੇ ਜਾਣਾ ਹੈਗਾ। ਬਹੁਤ ਵਧੀਆ ਤਰੀਕੇ ਨਾਲ ਚੱਲਦੇ ਪਏ ਆ। ਇਹ ਵੀ ਗੱਲ ਜਿਹੜੀ ਹੈ ਗੁਰਪ੍ਰੀਤ ਉਹਨਾਂ ਨੇ ਕਲੀਅਰ ਕਰ ਦਿੱਤੀ ਹੈ, ਇਹਨਾਂ ਦੀ ਸਿੰਕਰੋਨਾਈਜੇਸ਼ਨ ਆਪਸ ਦੇ ਵਿੱਚ ਦੇਖਣ ਵਾਲੀ ਹੈਗੀ ਆ। 26 ਦੀ ਘਟਨਾ ਤੋਂ ਬਾਅਦ ਇਹਨਾਂ ਨੇ ਕੋਈ ਵੀ ਐਸੀ ਗੱਲ ਕਰਨ ਨਹੀਂ ਦਿੱਤੀ ਹੈ। ਉਹ ਸਾਰੀਆਂ ਜਿਹੜੇ ਵੀ ਬਾਰਡਰ ਤੇ ਬੈਠੇ ਹੈਗੇ ਆ ਸਿੰਘੂ ਬਾਰਡਰ ਸਮੇਤ, ਉਹ ਇਹਨਾਂ ਨੇ ਕੋਈ ਵੀ ਐਸੀ ਘਟਨਾ ਹੋਣ ਨਹੀਂ ਦਿੱਤੀ। ਹਾਲਾਂਕਿ ਬੜੀ ਕੋਸ਼ਿਸ਼ਾਂ ਹੋਈਆਂ, ਠੀਕ ਹੈ, ਇਹਨਾਂ ਤੇ ਹਮਲੇ ਹੋਏ ਹੈਗੇ ਆ, ਪਰ ਬੜੇ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਨਜਿੱਠਿਆ ਤੇ ਆਪਣੇ ਅੰਦੋਲਨ ਨੂੰ ਲੈ ਕੇ ਗਏ ਹੈਗੇ ਆ। ਪਰ ਰੁਦਰਾ ਜੀ, ਜੇਕਰ ਮਿਸ਼ਨ ਪੰਜਾਬ ਦੀ ਗੱਲ ਚੜੂਨੀ ਲਗਾਤਾਰ ਕਰ ਰਹੇ ਨੇ ਤੇ ਉਹ ਇਸ ਨੂੰ ਆਧਾਰ ਬਣਾ ਰਹੇ ਨੇ, ਕਹਿ ਰਹੇ ਨੇ ਸਿਆਸੀ ਪਾਰਟੀਆਂ ਸਾਡਾ ਕੁਝ ਸੁਣਦੀਆਂ ਨਹੀਂ ਹੈ, ਇਸ ਕਰਕੇ ਸਾਨੂੰ ਖੁਦ ਸਿਆਸਤ ਵਿੱਚ ਆਉਣਾ ਪੈ ਰਿਹਾ ਹੈ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਲੈਕਸ਼ਨ ਲੜੀਏ, ਅਸੀਂ ਚੰਗੇ ਬੰਦਿਆਂ ਨੂੰ ਚੁਣ ਕੇ, ਕਿਸਾਨਾਂ ਨੂੰ ਚੁਣ ਕੇ ਲੈ ਕੇ ਆਈਏ ਤਾਂ ਕਿ ਸਾਡੀਆਂ ਗੱਲਾਂ ਸੁਣੀਆਂ ਜਾਣ, ਤਾਂ ਕਿ ਅਸੀਂ ਜੋ ਚਾਹੁੰਦੇ ਹਾਂ ਉਹਨਾਂ ਮੁੱਦਿਆਂ ਦੇ ਉੱਤੇ ਵੀ ਗੱਲ ਹੋਵੇ। ਦੇਖੋ, ਹੁਣ ਜੇ ਇਹਨਾਂ ਦੀ ਗੱਲ ਮੈਂ ਕਹਿੰਦਾ ਕਿ ਜੇ ਮੰਨਣੀ ਹੈਗੀ ਸੀ ਤਾਂ ਫਿਰ ਕਿਸਾਨ ਅੰਦੋਲਨ ਦਾ ਬੜਾ ਵਧੀਆ ਤਰੀਕਾ ਸੀ ਕਿ ਜਿਹੜਾ 2 ਸਾਲ ਹੀ ਠੰਡੇ ਬਸਤੇ ਦੇ ਵਿੱਚ ਪੈ ਲੈਣ ਦਿੰਦੇ, ਉਸ ਤੋਂ ਬਾਅਦ ਕਹਿੰਦੇ ਆ ਜਾਓ ਨਜਿੱਠ ਲੈਂਦੇ ਆ, ਠੀਕ ਹੈ, ਫਿਰ ਆਪਾਂ ਸਿਆਸੀ ਜਿਹੜਾ ਉਧਰ ਤੁਰ ਪੈਂਦੇ ਲੜਾਈ ਦੇ ਵੱਲ। ਪਰ ਹੁਣ ਅੰਦੋਲਨ ਜਿਹੜਾ ਉਹ ਅਲੱਗ ਤਰੀਕੇ ਨਾਲ ਚੱਲਦਾ ਪਿਆ ਹੈਗਾ, ਇਸ ਕਰਕੇ ਅਸੀਂ ਉਹਨੂੰ ਉਹ ਦਿਸ਼ਾ ਜਿਹੜੀ ਆ ਉਹ ਦੇ ਨਹੀਂ ਪਾਵਾਂਗੇ। ਇਹ ਗੱਲ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਹੈਗੀ ਆ। ਜਿਹੜੇ ਅੰਦੋਲਨ ਸਿਆਸੀ ਲੜਾਈ ਦੇ ਵਿੱਚ ਗਏ ਆ, ਜੇ ਆਪਾਂ ਪੁਰਾਣਾ ਦੇਖੀਏ ਮਮਤਾ ਬਨਰਜੀ ਨੇ ਕੀ ਕੀਤਾ ਹੈ ਨਾ, ਪ੍ਰਫੁੱਲ ਮਹੰਤ ਉਹਨਾਂ ਨੇ ਕੀ ਕੀਤਾ, ਉਹਨਾਂ ਦੀ ਸ਼ੁਰੂਆਤ ਫਿਰ ਅਲੱਗ ਤਰੀਕੇ ਨਾਲ ਹੋਣੀ ਚਾਹੀਦੀ ਹੈਗੀ ਆ। ਇਹ ਸ਼ੁਰੂਆਤ ਉਸ ਤਰ੍ਹਾਂ ਨਹੀਂ ਹੋਈ ਹੈਗੀ ਆ। ਇਸ ਕਰਕੇ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਇਹਨਾਂ ਨੂੰ ਸੰਕੋਚ ਹੀ ਕਰਨਾ ਚਾਹੀਦਾ, ਸਿਆਸੀ ਪਾਸੇ ਲਿਜਾਣ ਨੂੰ, ਲੜਾਈ ਨੂੰ, ਇਹਨੂੰ ਖਤਮ ਕਰਨ ਵਾਲੀ ਗੱਲ ਹੈ। ਪਰ ਜਦੋਂ ਗੱਲ ਮਿਸ਼ਨ ਪੰਜਾਬ ਦੀ ਆਉਂਦੀ ਆ, ਸਿਆਸਤ ਦੀ ਆਉਂਦੀ ਆ, ਤਾਂ
ਭਾਵੇਂ ਪੰਜਾਬ ਦੀਆਂ ਜਿੰਨੀਆਂ ਵੀ ਸਿਆਸੀ ਧਿਰਾਂ ਨੇ ਉਹ ਇਹਦੇ ਉੱਤੇ ਬੜਾ ਹੌਲਾ ਪ੍ਰਤੀਕਰਮ ਦਿੰਦੀਆਂ ਨੇ, ਪਰ ਜੇਕਰ ਕੇਂਦਰ ਦੀ ਗੱਲ ਕੀਤੀ ਜਾਵੇ ਜਾਂ ਹਰਿਆਣਾ ਸਰਕਾਰ ਦੀ ਬੜੇ ਤਿੱਖੇ ਪ੍ਰਤੀਕਰਮ ਆਉਂਦੇ ਨੇ। ਉਹ ਕਹਿੰਦੇ ਅਸੀਂ ਤਾਂ ਪਹਿਲਾਂ ਤੋਂ ਕਹਿ ਰਹੇ ਸੀ ਕਿ ਇਲੈਕਸ਼ਨ ਲੜਨਾ, ਇਹਨਾਂ ਨੇ ਇਲੈਕਸ਼ਨ ਲੜਨ ਵਾਸਤੇ ਸਾਰਾ ਕੁਝ ਡਰਾਮਾ ਜਿਹੜਾ ਉਹ ਕੀਤਾ ਜਾ ਰਿਹਾ। ਉਸ ਨੂੰ ਕਿਸਾਨੀ ਅੰਦੋਲਨ ਨੂੰ ਡਰਾਮਾ ਦੱਸਦੇ ਨੇ। ਜਿਹੜਾ ਅੰਦੋਲਨ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਉਸ ਨੂੰ ਇਸ ਤਰੀਕੇ ਦੀ ਬਿਆਨਬਾਜ਼ੀ ਦੇ ਨਾਲ ਜੋੜ ਕੇ ਦੇਖਦੇ ਨੇ, ਸਿਰਫ ਇਸ ਲਈ ਕਿਉਂਕਿ ਮਿਸ਼ਨ ਪੰਜਾਬ ਦੀ ਗੱਲ ਹੋ ਰਹੀ ਹੈ। ਦੇਖੋ, ਉਹ ਇਸ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਜਦੋਂ ਸਿਆਸੀ ਹਿੱਤਾਂ ਦਾ ਟਕਰਾਅ, ਜੇ ਮੈਂ ਇਹਨਾਂ ਦੀ ਆਪਸ ਦੀ ਗੱਲ ਕੀਤੀ ਹੈ, ਉਹ ਟਕਰਾਅ ਜੇ ਦੂਜੀ ਪਾਰਟੀਆਂ ਨਾਲ ਵੀ ਹੋਏਗਾ, ਇਹ ਉਹਨਾਂ ਨੇ ਵੀ ਉਸ ਹਿਸਾਬ ਨਾਲ ਚੱਲਣਾ ਵਾ। ਉਹਨਾਂ ਨੂੰ ਵੀ ਆਪਣਾ ਭਵਿੱਖ ਜਿਹੜਾ ਉਹ ਦਿਸਦਾ ਪਿਆ ਹੈਗਾ ਵਾ। ਉਹ ਕੀ ਕਰਦੇ ਪਏ ਆ, ਇੱਕ ਬੈਲੈਂਸ ਬਣਾ ਕੇ ਚੱਲਦੇ ਪਏ ਸਾਰੀਆਂ ਪਾਰਟੀਆਂ, ਚਾਹੇ ਕਾਂਗਰਸ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਅਕਾਲੀ ਦਲ ਤੇ ਬਸਪਾ ਕੰਬੀਨੇਸ਼ਨ ਜਿਹੜਾ ਹੈਗਾ ਵਾ, ਗਠਬੰਧਨ ਹੈਗਾ ਉਹ ਹੋਵੇ। ਉਹ ਇੱਕ ਜਿਹੜਾ ਬੈਲੈਂਸ ਬਣਾ ਕੇ ਚੱਲਦੇ ਪਏ ਹੈ ਕਿ ਕਿਸੇ ਤਰ੍ਹਾਂ ਸਾਨੂੰ ਵੋਟਾਂ ਮੈਕਸਿਮਮ ਮਿਲ ਜਾਣ। ਜਿਹੜਾ ਸਿਆਸੀ ਆਧਾਰ ਹੈ ਉਹ ਖੁੱਸਿਆ ਹੋਇਆ ਉਹਦਾ, ਅਕਾਲੀ ਦਲ ਦਾ, ਉਹ ਕੋਸ਼ਿਸ਼ 'ਚ ਲੱਗਿਆ ਕਿ ਸਾਨੂੰ ਕਿਸੇ ਤਰ੍ਹਾਂ ਉਹ ਆਧਾਰ ਮਿਲ ਜਾਵੇ, ਦੁਬਾਰਾ ਸਾਨੂੰ ਸੀਟਾਂ ਮਿਲ ਜਾਣ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਹੈ, ਉਹ ਠੀਕ ਵੀ ਹੈਗੀ ਉਹਦੀ ਸੋਚ ਵਿੱਚ, ਕਿਉਂਕਿ ਕਿਸਾਨਾਂ ਦਾ ਰੁਖ ਉਧਰ ਜਿਹੜਾ ਉਹ ਵਧੀਆ ਹੀ ਹੈਗਾ। ਬਾਕੀ ਪਰ ਇੱਕ ਚੀਜ਼ ਆਮ ਆਦਮੀ ਪਾਰਟੀ ਦੀ ਵੀ ਕਰਾਂਗੇ। ਅੱਜ ਨਵਜੋਤ ਸਿੰਘ ਸਿੱਧੂ ਦਾ ਬਿਆਨ ਸ਼ਾਇਦ ਤੁਸੀਂ ਸੁਣਿਆ ਹੋਣਾ। ਉਹਨਾਂ ਨੇ ਕਿਹਾ ਕਿ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਵਿੱਚੋਂ ਇੱਕ ਕਾਨੂੰਨ ਜਿਹੜਾ APMC ਦਾ ਵਾ, ਉਸ ਕਾਨੂੰਨ ਦਾ ਤੇ ਇਹਨਾਂ ਨੇ ਨੋਟੀਫਿਕੇਸ਼ਨ ਤੱਕ ਉੱਥੇ ਜਾਰੀ ਕਰ ਦਿੱਤਾ ਕਿ ਉਹ ਡੀ ਨੋਟੀਫਾਈ ਹੋ ਗਿਆ। ਕਾਨੂੰਨ ਜਿਹੜੇ ਆ ਉਹ ਵਿਧਾਨ ਸਭਾ ਦੇ ਵਿੱਚ ਬੁਲਾ ਕੇ ਵਿਧਾਨ ਸਭਾ ਤੇ ਕਾਨੂੰਨਾਂ ਦੀਆਂ ਕਾਪੀਆਂ ਪਾੜ ਦਿੱਤੀਆਂ ਗਈਆਂ ਆਮ ਆਦਮੀ ਪਾਰਟੀ ਵੱਲੋਂ। ਪਰ ਉਹਨਾਂ ਦਾ ਸਟੈਂਡ ਕਿਤੇ ਨਾ ਕਿਤੇ ਉਹ ਵੀ ਦੋਹਰਾ ਸਟੈਂਡ ਦੱਸਿਆ ਉਹਨਾਂ ਨੇ। ਕਿਸ ਤਰ੍ਹਾਂ ਦੇਖਦੇ ਹੋ ਸਿੱਧੂ ਦੇ ਇਸ ਬਿਆਨ ਨੂੰ, ਕਿਉਂਕਿ ਆਮ ਆਦਮੀ ਪਾਰਟੀ ਤੇ ਵੀ ਉਹਨਾਂ ਨੇ ਮਤਲਬ ਇੱਕ ਤਰੀਕੇ ਦੇ ਨਾਲ ਦੋਹਰੇ ਮਾਪਦੰਡ ਦਾ ਇਲਜ਼ਾਮ ਲਗਾਇਆ ਹੈ। ਦੇਖੋ, ਸਿੱਧੂ ਜਿਹੜਾ ਹੈਗਾ ਉਹ ਇਸ ਟਾਈਮ ਆਪਣੇ ਸਿੰਗਲ ਜਾਂਦੇ ਪਏ ਆ, ਉਸ ਲਿਹਾਜ਼ ਨਾਲ ਦੇਖਦਾ ਪਿਆ ਹੈਗਾ। ਉਹਦੇ ਤੇ ਇਲਜ਼ਾਮ ਇਹ ਲੱਗਿਆ ਹੋਇਆ, ਜਿਹੜੀ ਗੱਲਾਂ ਕੈਪਟਨ ਸਾਹਿਬ ਦੇ ਧੜੇ ਨੇ ਜਾ ਕੇ ਕੀਤੇ, ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਲ ਝੁਕਾਅ ਹੈਗਾ ਵਾ, ਇਹ ਉਧਰ ਜਾਣ ਦੀ ਕੋਸ਼ਿਸ਼ ਕਰੂਗਾ। ਠੀਕ ਹੈ, ਕਿਉਂਕਿ ਜੋ ਲੱਗਦਾ ਅਜੇ ਵੀ ਇਹਨਾਂ ਦੀ ਘਰੇੜ ਵਧਣੀ ਹੈ ਕਾਂਗਰਸ ਦੀ ਜਿਹੜੀ ਅੰਦਰੂਨੀ ਹੈਗੀ ਹੈ, ਤੇ ਉਸ ਕਰਕੇ ਸਿੱਧੂ ਇਹ ਹੋ ਸਕਦਾ ਆਪਣੇ ਆਪ ਵੱਖ ਕਰਨ ਲਈ, ਵੱਖ ਦਿਖਾਉਣ ਲਈ ਉਹ ਕੋਸ਼ਿਸ਼ ਕਰ ਰਿਹਾ ਹੋਵੇ। ਮੈਂ ਤੁਹਾਨੂੰ ਦੱਸਿਆ ਕਿ ਜਦੋਂ ਸਿਆਸੀ ਹਿੱਤਾਂ ਨੇ ਸਭ ਦੇ ਬਿਆਨ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਆਣੀ ਕਿ ਪਰਸੋਂ ਕਿਹੜਾ ਦਿੱਤਾ ਤੇ ਅੱਜ ਕਿਹੜਾ ਦਿੱਤਾ। ਉਹਨਾਂ ਨੂੰ ਇਹ ਚੀਜ਼ ਜਿਹੜੀ ਹੈ ਸਮਝ ਨਹੀਂ ਆਣੀ ਹੈਗੀ। ਉਹ ਸਾਨੂੰ ਮੀਡੀਆ ਵਾਲਿਆਂ ਨੂੰ ਹੀ ਦੱਸਣਾ ਪੈਣਾ ਕਿ ਤੁਸੀਂ ਜਿਹੜਾ 3 ਦਿਨ ਪਹਿਲੇ ਤਾਂ ਆਹ ਗੱਲ ਆਖਦੇ ਸੀਗੇ ਕੈਪਟਨ ਸਾਹਿਬ, ਤੁਸੀਂ ਇਹ ਗੱਲ ਕਰਦੇ ਸੀ। ਜੇ ਕੈਪਟਨ ਸਾਹਿਬ ਨੂੰ ਦੇਖਿਆ ਜਾਏ, ਉਹਨਾਂ ਨੇ ਇਸ ਅੰਦੋਲਨ ਨੂੰ ਖੜਾ ਕਰਨ ਦੇ ਵਿੱਚ ਬੜੀ ਭੂਮਿਕਾ ਨਿਭਾਈ ਹੈ। ਸ਼ੁਰੂ ਦੇ ਵਿੱਚ ਇਹਨਾਂ ਨੂੰ ਪੂਰੀ ਹੱਲਾਸ਼ੇਰੀ ਦਿੱਤੀ। ਪੰਜਾਬ ਪੁਲਿਸ ਦੇ ਅਫਸਰਾਂ ਨੇ ਸਾਨੂੰ ਦੱਸ ਕੇ ਉਹਨਾਂ ਨੂੰ ਕੀ ਆਰਡਰ ਆਏ ਹੋਏ ਆ, ਇਹਨਾਂ ਦੀ ਮਦਦ ਆਏ ਹੋਏ ਨੇ। ਉਸ ਤੋਂ ਬਾਅਦ ਇਹਨਾਂ ਨੂੰ ਦਿੱਲੀ ਵੱਲ ਤੋਰਿਆ ਗਿਆ। ਠੀਕ ਹੈ, ਉਸ ਤੋਂ ਬਾਅਦ ਹੁਣ ਕੈਪਟਨ ਸਾਹਿਬ ਜਿਹੜਾ ਉਹ ਕਹਿੰਦੇ ਤੁਸੀਂ ਪੰਜਾਬ ਦੇ ਵਿੱਚ ਨਾ ਆਓ। ਸਾਰੇ ਬਿਆਨ ਜਿਹੜੇ ਨਿਕਲ ਕੇ ਆਉਂਦੇ ਨੇ ਉਹਨਾਂ ਦੇ ਪਿੱਛੇ ਇਹੀ ਹੈ ਕਿ ਸਾਡਾ ਕਿਤੇ ਨੁਕਸਾਨ ਨਾ ਹੋ ਜੇ, ਫਾਇਦਾ ਜਿੰਨਾ ਮਰਜ਼ੀ ਹੋ ਜੇ। ਉਹ ਇਸ ਕੋਸ਼ਿਸ਼ ਵਿੱਚ ਲੱਗੇ ਹੋਏ ਨੇ। ਕੈਪਟਨ ਸਾਹਿਬ ਤਾਂ ਸਿੱਧੂ ਦੇ ਵਿੱਚ ਜਿਹੜੀ ਆਪਸੀ ਹੈਗੀ ਹੈ, ਰੰਜਿਸ਼ ਚੱਲਦੀ ਪਈ ਹੈ, ਜਿਹੜੀ ਕਿਤੇ ਵੀ ਖਤਮ ਨਹੀਂ ਹੋ ਸਕੀ। ਜਿਹੜਾ ਅੜਿੱਕਾ ਇਹਨਾਂ 'ਚ ਪਿਆ ਹੋਇਆ ਹੈਗਾ ਵਾ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ ਪੱਖ ਦੀਆਂ ਖਬਰਾਂ, ਜਿਸ ਦੇ ਵਿੱਚ ਚਰਚਾ ਕੀਤੀ ਕਿਸਾਨੀ ਅੰਦੋਲਨ ਦੀ, ਚਰਚਾ ਕੀਤੀ ਖੇਤੀ ਕਾਨੂੰਨਾਂ ਨੂੰ। ਅੱਜ ਜਿਹੜਾ 1 ਸਾਲ ਪੂਰਾ ਹੋ ਗਿਆ ਹੈ ਤੇ ਉਸ ਦੇ ਰੋਹ ਵਜੋਂ ਜਿਹੜਾ ਸਿਆਸੀ ਧਿਰਾਂ ਆਪਣੇ ਆਪ ਨੂੰ ਕਿਸਾਨਾਂ ਦੇ ਹਿੱਤ ਵਿੱਚ ਹੋਣ ਦਾ ਦਾਅਵਾ ਕਰ ਰਹੀਆਂ ਨੇ, ਤੇ ਜਿਸ ਤਰੀਕੇ ਦੇ ਨਾਲ ਸਿਆਸਤ ਜਿਹੜੀ ਹੈ ਉਹ ਕਿਸਾਨੀ ਅੰਦੋਲਨ ਦੇ ਪੈਰਲਲ ਚੱਲੀ। ਫਿਲਹਾਲ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕਦੇ ਟੀਵੀ ਦੇ ਨਾਲ।